वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 115 ਭਾਗ 7ਵਾਂ ਵਾਰ ਤੇ ਵਾਰ। ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਤੋਂ ਬਾਅਦ ਅਨੇਕਾਂ ਹੀ ਵਾਰ ਪ੍ਰਿਥੀ ਚੰਦ ਜੀ ਪ੍ਰੋਹਿਤਾਂ ਹਾਕਮਾਂ ਵੱਲੋਂ ਹੱਲੇ ਹੁੰਦੇ ਰਹੇ, ਪਰ ਗੁਰੂ ਜੀ ਸ਼ੁਕਰ ਦੇ ਘਰ ਵਿੱਚ ਰਹੇ। ਉਹਨਾਂ ਦਾ ਹੱਲਿਆਂ ਵਿੱਚ ਵੀ ਇਹ ਹੀ ਉਚਾਰਨਾ ਸੀ, ਉਲਾਹਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਮਾਰੋ ਕੀਓ। ਪ੍ਰਿਥੀ ਚੰਦ ਦਾ ਨਿਸ਼ਾਨਾ ਬਾਲਕ ਗੁਰੂ ਹਰਗੋਬਿੰਦ ਸੀ, ਪ੍ਰੋਹਿਤਾਂ ਦਾ ਨਿਸ਼ਾਨਾ ਹਰਮੰਦਰ ਸਾਹਿਬ ਸੀ, ਹਾਕਮਾਂ ਦਾ ਨਿਸ਼ਾਨਾ ਸੀ ਅੰਮ੍ਰਿਤਸਰ, ਅਤੇ ਉਹ ਵੱਧਦੀ ਲਹਿਰ ਸੀ ਜਿਸ ਨੂੰ ਸਭ ਹਿੰਦੂ ਸਿੱਖ ਮੁਸਲਮਾਨ ਅਪਣਾ ਰਹੇ ਸਨ। ਗੁਰੂ ਅਰਜਨ ਦੇਵ ਜੀ ਨੇ ਸਭ ਸਾਜ਼ਿਸ਼ਾਂ ਹਮਲਿਆਂ ਤੇ ਕੀਤੇ ਵਾਰਾਂ ਨੂੰ ਕਿਵੇਂ ਲਿਆ ਤੇ ਪਛਾੜਿਆ, ਉਸ ਦਾ ਵਿਸਥਾਰ ਦੇਣਾ ਕੁਥਾਨ ਨਹੀਂ ਹੋਵੇਗਾ। ਭਾਈ ਕੇਸਰ ਸਿੰਘ ਨੇ ਬੰਸਾਵਲੀ ਨਾਮਾ ਵਿੱਚ ਢੁਕਵੀਂ ਟੂਕ ਦਿੱਤੀ ਹੈ ਕਿ ਗੁਰੂ ਦੇ ਘਰ ਸ਼ਾਦੀ, ਪ੍ਰਿਥੀਏ ਦੇ ਘਰ ਧੋਖਾ। ਪ੍ਰਿਥੀਏ ਚੰਦ ਨੇ ਇੱਕ ਦਾਈ ਜਿਸ ਦਾ ਨਾਂ ਫੱਤੋ ਕਰਕੇ ਲਿਖਿਆ ਹੈ ਨੂੰ 200 ਰੁਪਇਆ ਦੇ ਕੇ ਭੇਜਿਆ ਸੀ ਕਿ ਥਣਾ ਤੇ ਜ਼ਹਿਰ ਲਗਾ ਕੇ ਬਾਲਕ ਨੂੰ ਚੁਗਾਵੇ। ਲਾਲਚ ਪ੍ਰੇਰੀ ਨੇ ਥਣਾ ਤੇ ਲੇਪ ਪੋਚ ਲਿਆ ਅਤੇ ਚੰਗੇ ਸੁਥਰੇ ਕੱਪੜੇ ਪਾ ਕੇ ਵਡਾਲੀ ਆਈ। ਉਸਨੇ ਮਾਤਾ ਜੀ ਨਾਲ ਇਤਬਾਰ ਜਮਾ ਲਿਆ। ਮੁੜ ਮੁੜ ਇਹ ਹੀ ਕਹਿੰਦੀ ਸੀ ਕਿ ਬਾਲਕ ਦਾ ਵਿਸਾਹ ਕੋਈ ਨਹੀਂ ਕਰਨਾ। ਬੜੀਆਂ ਮੰਦੀਆਂ ਖਾਹਿਸ਼ਾਂ ਪ੍ਰਿਥੀ ਚੰਦ ਰੱਖੀ ਬੈਠਾ ਹੈ। ਇੱਕ ਦਿਨ ਵੇਲਾ ਘੁਸਾ ਕੇ ਬਾਲਕ ਨੂੰ ਚੁੱਕ ਕੋਠੇ ਤੇ ਲੈ ਗਈ ਅਤੇ ਜ਼ਬਰਦਸਤੀ ਆਪਣੇ ਜ਼ਹਿਰੀਲੇ ਥਣ ਗੁਰੂ ਹਰਗੋਬਿੰਦ ਦੇ ਮੂੰਹ ਵਿੱਚ ਪਾਏ। ਉਹ ਅੱਗੋਂ ਨੌਂਦਰਾਂ ਤੇ ਥੱਪੇ ਮਾਰਨ, ਕੁਰਲਾਹਣ ਰੋਣ ਦੀ ਆਵਾਜ਼ ਸੁਣ ਮਾਤਾ ਜੀ ਅਤੇ ਹੋਰ ਸਿੱਖ ਉੱਤੇ ਆ ਗਏ। ਉਸ ਸਾਰੀ ਵਾਰਤਾ ਦੱਸ ਦਿੱਤੀ ਕਿ ਲੋਭ ਲਹਿਰ ਨੇ ਪ੍ਰੇਰਣ ਕੀਨਸ ਮੈਂ ਆਈ ਸੂ ਮਨੋਰਥ ਧਾਰ। ਗੁਰੂ ਅਰਜਨ ਦੇਵ ਜੀ ਨੂੰ ਜਦ ਇਸ ਘਟਨਾ ਤੇ ਕੀਤੇ ਵਾਰ ਦਾ ਪਤਾ ਲੱਗਾ ਤਾਂ ਉਹਨਾਂ ਇਹ ਵਚਨ ਕੀਤੇ, ਚਿੰਤਾ ਕਿਸੇ ਗੱਲ ਦੀ ਨਾ ਕਰੋ, ਪੂਰੇ ਗੁਰੂ ਨਾਨਕ ਦੇਵ ਜੀ ਨੂੰ ਸਿਮਰੋ, ਜਿਨ੍ਹਾਂ ਹੱਥ ਦੇ ਬਾਲਕ ਨੂੰ ਰੱਖ ਲਿਆ ਹੈ। ਅੱਗੇ ਦਾ ਫਿਕਰ ਵੀ ਨਾ ਕਰੋ, ਜਿਸ ਹੁਣ ਰੱਖਿਆ ਹੈ ਉਹ ਸਦਾ ਰੱਖੇਗਾ। ਸ਼ੁਕਰਾਨੇ ਦਾ ਸ਼ਬਦ ਉਚਾਰਿਆ। ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਭਿਆ ਜਨ ਕਾ ਪ੍ਰਤਾਪ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰ ਪਹਿ ਪਾਈ ਰਹਾਓ। ਮਾਤਾ ਜੀ ਨੇ ਹੁਣ ਹੋਰ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਹੱਥੀਂ ਹੀ ਖਵਾਉਂਦੇ ਪਿਆਉਂਦੇ ਤੇ ਖਿਡਾਉਂਦੇ। ਪਰ ਗੁਰੂ ਜੀ ਹੁਣ ਫਿਰਨ ਦੌੜਨ ਲੱਗ ਪਏ ਸਨ। ਉਧਰ ਪ੍ਰਿਥੀ ਚੰਦ ਕਿਸੇ ਤਾਕ ਵਿੱਚ ਬੈਠਾ ਸੀ। ਉਸਨੇ ਇੱਕ ਸਪੇਰੇ ਨੂੰ ਤਿਆਰ ਕੀਤਾ ਕਿ ਤਮਾਸ਼ਾ ਦਿਖਾਉਣ ਦੇ ਬਹਾਨੇ ਵਡਾਲੀ ਜਾਵੇ ਅਤੇ ਪਟਾਰੀ ਵਿੱਚੋਂ ਜ਼ਹਿਰੀਲਾ ਸੱਪ ਬਾਲਕ ਤੇ ਛੱਡ ਦੇਵੇ। ਇਸ ਨੂੰ ਕਿਸੇ ਵੱਲੋਂ ਵਾਰ ਨਹੀਂ ਸਮਝਿਆ ਜਾਏਗਾ ਅਤੇ ਕੰਮ ਵੀ ਹੋ ਜਾਏਗਾ। ਸਪੇਰੇ ਨੇ ਆ ਕੇ ਪਿੜ ਬੱਧਾ, ਬੀਨ ਵਜਾਈ, ਸਾਰੇ ਤਮਾਸ਼ਾ ਦੇਖਣ ਜੁੜ ਬੈਠੇ। ਮੌਕਾ ਸੰਭਾਲ ਕੇ ਉਸ ਪਹਿਲਾਂ ਇੱਕ ਪਟਾਰੀ, ਫਿਰ ਦੂਜੀ ਅਤੇ ਫਿਰ ਤੀਜੀ ਖੋਲੀ। ਸੱਪ ਨੂੰ ਇਸ਼ਾਰੇ ਨਾਲ ਉਸ ਥਾਂ ਲੈ ਗਿਆ ਜਿੱਥੇ ਗੁਰੂ ਹਰਗੋਬਿੰਦ ਜੀ ਬੈਠੇ ਸਨ। ਜਦ ਜ਼ਹਿਰੀਲਾ ਸੱਪ ਗੁਰੂ ਹਰਗੋਬਿੰਦ ਜੀ ਵੱਲ ਵਧਿਆ ਅਤੇ ਡੰਗ ਮਾਰਨ ਲੱਗਾ ਤਾਂ ਉਹਨਾਂ ਸੱਪ ਦੀ ਸਿਰੀ ਪਕੜ ਲਈ। ਸਾਰੇ ਪਾਸੇ ਸ਼ੋਰ ਮਚ ਗਿਆ। ਸਪੇਰਾ ਵੀ ਫਾਫਾ ਹੋਇਆ, ਕਦੇ ਇੱਧਰ ਕਦੇ ਉੱਧਰ ਫਿਰੇ। ਸਾਰੇ ਉੱਚੀ ਉੱਚੀ ਕਹਿਣ ਕਿ ਸੱਪ ਛੱਡ ਦਿਓ, ਪਰ ਮਹਾਰਾਜ ਨੇ ਐਸੀ ਸਿਰੀ ਪਕੜੀ ਕਿ ਉਸ ਦਾ ਸਿਰ ਜ਼ਮੀਨ ਤੇ ਰੱਖ ਕੇ ਫੇਹ ਦਿੱਤਾ ਅਤੇ ਸੱਪ ਵੱਲ ਖਾ ਕੇ ਡਿੱਗ ਪਿਆ। ਫਿਰ ਪੂਛ ਤੋਂ ਪਕੜ ਕੇ ਦੂਰ ਸੁੱਟ ਦਿੱਤਾ। ਸੀਸ ਦਬਾਈ ਕੇ ਫੇਸ ਦਿਓ, ਬਹੁਤ ਦੀਰਘ ਸੋ ਉਲਟਿਓ ਬਲ ਖਾਏ। ਇਹ ਕੌਤਕ ਦੇਖ ਕੇ ਸਪੇਰਾ ਵੀ ਬੱਕ ਪਿਆ ਕਿ ਉਹ ਪ੍ਰਿਥੀ ਚੰਦ ਦਾ ਭੇਜਿਆ ਆਇਆ ਸੀ। ਸਾਰੇ ਹੀ ਕਹਿਣ ਕਿ ਬਾਲਕ ਬੜਾ ਪ੍ਰਤਾਪੀ ਹੈ, ਜਿਸ ਸੱਪ ਦਾ ਸਿਰ ਹੀ ਫੇਹ ਦਿੱਤਾ। ਪ੍ਰਿਥੀ ਚੰਦ ਇਸੇ ਟੋਹ ਵਿੱਚ ਸੀ ਕਿ ਕੋਈ ਚਾਰਾ ਬਣੇ ਜਿਸ ਰਾਹੀਂ ਬਾਲਕ ਹਰਗੋਬਿੰਦ ਜੀ ਦੀ ਹਸਤੀ ਮਿਟੇ। ਉਹ ਸਦਾ ਕਹਿੰਦਾ ਰਹਿੰਦਾ ਸੀ ਕਿ ਜੰਮਦੇ ਬੂਟੇ ਨੂੰ ਉਖਾੜਨ ਲਈ ਕੋਈ ਬਹੁਤੀ ਤਾਕਤ ਦੀ ਲੋੜ ਨਹੀਂ, ਪਰ ਜਦ ਬ੍ਰਿਸ਼ ਬਣ ਜਾਏ ਫਿਰ ਲੱਖ ਜ਼ੋਰ ਨਾਲ ਵੀ ਪੁੱਟਿਆ ਨਹੀਂ ਜਾ ਸਕਦਾ। ਆਖਰ ਉਸ ਗੁਰੂ ਹਰਗੋਬਿੰਦ ਜੀ ਦੇ ਖਿਡਾਵੇ ਨੂੰ ਹੱਥੀਂ ਪਾ ਲਿਆ। ਉਹ ਇੱਕ ਦਿਨ ਬਾਲਕ ਹਰਗੋਬਿੰਦ ਨੂੰ ਨਵੇਕਲੇ ਲੈ ਗਿਆ ਅਤੇ ਜ਼ਹਿਰ ਰਲੀ ਦਹੀਂ ਖਵਾਉਣ ਦਾ ਯਤਨ ਕਰਨ ਲੱਗਾ। ਜਿਉਂ-ਜਿਉਂ ਉਹ ਜ਼ੋਰ ਨਾਲ ਦਹੀਂ ਖਵਾਉਣਾ ਚਾਹੇ, ਹਰਗੋਬਿੰਦ ਜੀ ਉਸ ਨੂੰ ਪਰਾਂ ਕਰਨ, ਦੌੜ ਕੇ ਵੀ ਉਸ ਦੇ ਕਲਾਵੇ ਵਿੱਚੋਂ ਨਿਕਲਣ, ਪਰ ਉਹ ਫੇਰ ਫੜ ਕੇ ਦਹੀਂ ਮੂੰਹ ਵਿੱਚ ਪਾਉਣਾ ਚਾਹੇ। ਬ੍ਰਾਹਮਣ ਲਾਲ ਅੱਖਾਂ ਕਰਕੇ ਗੁਰੂ ਜੀ ਨੂੰ ਡਰਾਵੇ ਵੀ, ਪਰ ਉਹ ਨਾ ਡਰੇ। ਆਖਿਰ ਉਹਨਾਂ ਇੱਕ ਉੱਚੀ ਚੀਕ ਮਾਰੀ, ਹਰਗੋਬਿੰਦ ਮੁਖ ਬਲ ਖਰੇ, ਚਿੰਗਾਰ ਪੁਕਾਰੀ। ਚੀਕ ਸੁਣ ਕੇ ਮਾਤਾ ਜੀ ਅਤੇ ਹੋਰ ਸਿੱਖ ਦੌੜੇ ਆਏ ਅਤੇ ਗੁਰੂ ਹਰਗੋਬਿੰਦ ਜੀ ਨੇ ਦੱਸਿਆ ਕਿ
रूपा खिडावा जबरदस्ती दही खवाउणा चाहुंदा है। उस वेले दही दी बाटी समेत ब्राह्मण नूं पकड़ लिया गया। जद ओह दही कुत्ते नूं पाई गई तां ओह तड़फ तड़फ मर गया। उधर देखदे ही देखदे ब्राह्मण नूं ऐसा ढिड विच सूल पिया कि आखिरी दमा ते हो गया। मरदे मरदे दस गया कि ओह इह कारा लालच वस करना चाह रिहा सी ਅਤੇ ਪ੍ਰਿਥੀ ਚੰਦ ਨੇ ਉਸ ਨੂੰ ਅਜਿਹਾ ਕਰਨ ਲਈ ਕਿਹਾ ਸੀ। ਗੁਰੂ ਜੀ ਨੇ ਇਹ ਸੁਣ ਕੇ ਕਿਹਾ, ਵੱਡਾ ਭਰਾ ਤਾਂ ਪਿਤਾ ਸਮਾਨ ਹੁੰਦਾ ਹੈ, ਉਹਨਾਂ ਨੂੰ ਕੀ ਹੋ ਗਿਆ ਹੈ। ਹੋਵਣ ਵੱਡੇ ਕਰਮ ਕਰਨਹੀਨਾ, ਲਾਜ ਨਾ ਜਹਾਨ ਕੀ, ਨਾ ਕੀਨ ਕੁਲ ਕਾਨ ਕੀ, ਰੀਤੀ ਦਇਆਵਾਨ ਕੀ, ਨਾ ਪਾਪ ਕੀ ਪਛਾਣ ਕੀ। ਫਿਰ ਵੀ ਪ੍ਰਿਥੀ ਚੰਦ ਨੂੰ ਕੋਈ ਗਿਲਾ ਜਾਂ ਰੋਸ ਨਾ ਭੇਜਿਆ, ਸਿਰਫ ਸ਼ੁਕਰਾਨੇ ਦਾ ਸ਼ਬਦ ਉਚਾਰਿਆ ਕਿ ਵਾਹਿਗੁਰੂ ਨੇ ਆਪ ਹੀ ਬਾਲਕ ਦੀ ਰੱਖਿਆ ਕੀਤੀ ਹੈ ਅਤੇ ਦੁਸ਼ਟ ਬ੍ਰਾਹਮਣ ਦੀ ਸੂਲ ਪੈਣ ਨਾਲ ਮੌਤ ਹੋ ਗਈ। ਪ੍ਰਭ ਮਾਤਾ ਪਿਤਾ ਨੇ ਆਪਣੇ ਬੱਚੇ ਦੀ ਆਪ ਰਾਖੀ ਕੀਤੀ। ਨਿੰਦਕ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਸਾਰੇ ਕਹਿਣ ਲੱਗੇ ਕਿ ਇਸ ਵਾਰੀ ਫਿਰ ਸਾਹਿਬਜ਼ਾਦੇ ਅਜ਼ਮਤ ਬਲ ਤੇ ਆਪਣੋ ਆਪ ਬਚਾਵੋ ਚੀਨ। ਗੁਰੂ ਹਰਗੋਬਿੰਦ ਜੀ ਹੁਣ 5 ਕੁ ਸਾਲਾਂ ਦੇ ਹੋ ਗਏ ਸਨ। ਹਾਣੀਆਂ ਨਾਲ ਖੇਡਦੇ, ਕੁਸ਼ਤੀਆਂ ਘੁਲਦੇ ਅਤੇ ਹੋਰ ਵੀਰ ਰਸੀ ਖੇਡਾਂ ਖੇਡਦੇ। ਗੁਰੂ ਹਰਗੋਬਿੰਦ ਬਚਪਨ ਤੋਂ ਹੀ ਇਤਨੇ ਬਲਵਾਨ ਸਨ ਕਿ ਬਾਲਕਾਂ ਨੂੰ ਜੱਫੀ ਪਾ ਲੈਣ ਤਾਂ ਉਹ ਨਿਕਲ ਨਹੀਂ ਸੀ ਸਕਦੇ। ਬਾਹਾਂ ਨਾਲ ਚੁੱਕ ਕੇ ਭੁੰਜੇ ਸੁੱਟ ਦੇਣ ਦੀ ਸ਼ਕਤੀ ਆਪ ਵਿੱਚ ਸੀ। ਲੋਕੀ ਖੇਡਾਂ ਖੇਡਦੇ ਦੇਖ ਕਦੇ ਗੁਰੂ ਭਾਰੋ ਅਜ਼ਮਤ ਵਾਲਾ, ਸੂਰ ਬੱਡ, ਡੀਲ ਬਲਵਾਨ ਅਤੇ ਦੁਸ਼ਟਾਂ ਦੀ ਜੜ ਉਖੇੜਨ ਵਾਲਾ ਕਹਿੰਦੇ ਸਨ। ਪ੍ਰਿਥੀ ਚੰਦ ਦੇ ਜਦ ਸਾਰੇ ਬਾਹਰੋਂ ਕੀਤੇ ਵਾਰ ਅਕਾਰਥ ਗਏ ਤਾਂ ਉਸ ਗੁਰੂ ਨਾਲ ਖੇਡਦੇ ਕਹਾਣੀ ਦੇ ਬ੍ਰਾਹਮਣ ਚਾਚੇ ਨੂੰ ਲਾਲਚ ਦੇ ਕੇ ਮਨਾਇਆ ਕਿ ਉਸ ਦਾ ਲੜਕਾ ਰੋਜ਼ ਗੁਰੂ ਹਰਗੋਬਿੰਦ ਨਾਲ ਖੇਡਦਾ ਹੈ ਅਤੇ ਉਸ ਨੂੰ ਕੋਈ ਮਨਾਹੀ ਵੀ ਨਹੀਂ ਅਤੇ ਨਾ ਹੀ ਕੋਈ ਮਨਾ ਕਰ ਸਕਦਾ ਹੈ। ਸੋ ਜੇ ਲੜਕਾ ਮੂਹਰੇ ਦੀ ਬਣੀ ਮਿਠਾਈ ਆਪਣੇ ਹਾਣੀ ਗੁਰੂ ਹਰਗੋਬਿੰਦ ਨੂੰ ਖਵਾ ਦੇਵੇ ਤਾਂ ਕੋਈ ਪਤਾ ਵੀ ਨਹੀਂ ਲੱਗੇਗਾ। ਇਸ ਕਾਰਜ ਲਈ ਬੱਚੇ ਦੀ ਜੇਬ ਨੂੰ 2 ਜੇਬਾਂ ਲਵਾ ਦਿੱਤੀਆਂ। ਇੱਕ ਬੋਝੇ ਮਹੂਰੇ ਦੀ ਅਤੇ ਇੱਕ ਬੋਝੇ ਚੰਗੀ ਮਠਿਆਈ ਪਾਈ ਗਈ। ਬੰਸਾਵਾਲੀ ਨਾਮੇ ਦੇ ਕਥਨ ਅਨੁਸਾਰ ਅਤੇ ਨੀਗਰ ਨੂੰ 3 ਬੈਠ ਸਮਝਾਇਆ, ਚੰਗੀ ਮਠਾਈ ਤੂੰ ਖਾਈ ਜੋ ਸੱਜੇ ਵੱਲ ਪਾਇਆ, ਦੂਜੀ ਹਰਗੋਬਿੰਦ ਨੂੰ ਖਵਾਈ, ਤੂੰ ਤੇ ਉਸ ਵਿੱਚੋਂ ਜਰਾ ਨਾ ਖਾਈ। ਬਾਲਕ ਜਿਸ ਦਾ ਨਾਂ ਨੰਦ ਰਾਮ ਲਿਖਿਆ ਹੈ ਨੂੰ ਦੋਵੇਂ ਖੂਬ ਸਮਝਾਉਂਦੇ ਰਹੇ। ਸ਼ਾਮ ਨੂੰ ਉਹ ਖੇਡਣ ਗਿਆ। ਜਾਏ ਖੇਡੇ ਨਾਲ ਮਠਿਆਈ ਖਾਏ, ਇੱਕ ਮੁੱਠ ਹਰਗੋਬਿੰਦ ਮੁਖ ਪਾਏ, ਚੰਗੀ ਦੇਵੇ ਸਾਹਿਬ ਨੂੰ ਮੰਦੀ ਖਾਏ ਆਪ। ਖਾਂਦੇ ਖਾਂਦੇ ਹੀ ਉਹ ਗਿਰ ਪਿਆ ਅਤੇ ਚਾਚਾ ਚੁੱਕ ਕੇ ਲੈ ਗਿਆ। ਵਿਚਾਰੇ ਹਾਣੀ ਦੀ ਵੀ ਮੌਤ ਹੋ ਗਈ। ਇਹ ਵੇਖ ਕੇ ਵਡਾਲੀ ਹਰ ਸਮੇਂ ਕੋਈ ਨਾ ਕੋਈ ਵਾਰ ਹੁੰਦਾ ਰਹਿੰਦਾ ਹੈ। ਗੁਰੂ ਜੀ ਬਾਲਕ ਹਰਗੋਬਿੰਦ ਨੂੰ ਅੰਮ੍ਰਿਤਸਰ ਲੈ ਆਏ। ਇੱਧਰ ਸੰਗਤਾਂ ਨੇ ਪ੍ਰਿਥੀ ਚੰਦ ਨੂੰ ਇਤਨੀਆਂ ਫਿਟਕਾਰਾਂ ਪਾਈਆਂ ਕਿ ਉਹ ਆਪਣਾ ਡੇਰਾ ਚੁੱਕ ਕੇ ਆਪਣੇ ਸਹੁਰੇ ਪਿੰਡ ਹੇਹਰੀ ਲੈ ਗਿਆ। ਅੰਮ੍ਰਿਤਸਰ ਵਾਂਗ ਹੀ ਉਸ ਨੇ ਉੱਥੇ ਅੰਮ੍ਰਿਤਸਰ ਹਰਮੰਦਰ ਬਣਾਇਆ। ਗੱਦੀ ਵੀ ਲਗਾ ਕੇ ਬੈਠਦਾ, ਪਰ ਸੰਗਤਾਂ ਕਿੱਥੋਂ ਲਿਆਵੇ। ਬਹੁਤ ਹੀ ਛਿੱਤਾ ਪਿਆਰ ਹੀ। ਆਖਿਰ ਉਸਨੇ ਸਰਕਾਰ ਨਾਲ ਗੰਢ ਤੁੱਪ ਕਰਨ ਦੀ ਸੋਚੀ। ਲਾਹੌਰ ਅਕਬਰ ਦਾ ਡੇਰਾ ਸੀ ਅਤੇ ਉਸ ਦੇ ਕਈ ਅਲੰਕਾਰਾਂ ਨਾਲ ਉਸ ਨੇ ਬਣਾਉਣੀ ਆਰੰਭ ਕੀਤੀ। ਬੰਸਾਵਾਲੀ ਨਾਮੇ ਦੇ ਸ਼ਬਦਾਂ ਵਿੱਚ ਚੋਰੀ ਚੋਰੀ ਨਾਲ ਉਹਨਾਂ ਦੇ ਸਲੂਕ ਠਹਿਰਾਇਆ, ਨਾਲ ਪ੍ਰਿਥੀਏ ਹੋਰਾਂ ਵੱਡੀ ਦੇਣਾ ਭੀ ਕਰਾਇਆ। ਪੰਜਾਬ ਨੂੰ ਉਸ ਸਮੇਂ ਚੀਚਕ ਨੇ ਗਰਸਿਆ ਹੋਇਆ ਸੀ। ਗੁਰੂ ਅਰਜਨ ਦੇਵ ਜੀ ਪਿੰਡਾਂ ਵਿੱਚ ਜਾ ਜਾ ਦੁਖੀਆਂ ਦਾ ਦਰਦ ਵੰਡਾ ਰਹੇ ਸਨ। ਇਸ ਚੀਚਕ ਨੇ ਗੁਰੂ ਹਰਗੋਬਿੰਦ ਜੀ ਤੇ ਵੀ ਮਾਰੂ ਹੱਲਾ ਕੀਤਾ। ਇਸ ਬਿਮਾਰੀ ਨਾਲ ਪਹਿਲਾਂ ਬੁਖਾਰ ਚੜ੍ਹਦਾ ਹੈ, ਫਿਰ ਮਰੀਜ਼ ਬੇਸੁਰਤ ਹੋ ਜਾਂਦਾ ਹੈ, ਪਿੰਡਾ ਅੱਗ ਵਾਂਗ ਲਾਲ ਹੋ ਜਾਂਦਾ ਹੈ, ਫਿਰ ਸਰੀਰ ਫਲੂਹਾਂ ਨਾਲ ਭਰ ਜਾਂਦਾ ਹੈ। ਜਦ ਫਲੂਹਾਂ ਨਾਲ ਸਰੀਰ ਭਰ ਜਾਂਦਾ ਹੈ ਤਾਂ ਬੁਖਾਰ ਘਟਦਾ ਹੈ। ਮੂਰਖ ਲੋਕ ਇਸ ਨੂੰ ਬਿਮਾਰੀ ਨਾ ਕਹਿ ਕੇ ਮਾਤਾ ਕਹਿੰਦੇ ਹਨ। ਇਹ ਸਮਝਦੇ ਹਨ ਕਿ ਮਾਤਾ ਤੁਰੱਠੀ ਹੈ। ਬੱਚੇ ਪਾਸ ਸਗੋਂ ਗੀਤ ਗਾਏ ਜਾਂਦੇ ਹਨ, ਮਤਾ ਮਾਤਾ ਰੁੱਸ ਨਾ ਜਾਏ। ਸ਼ੀਤਲਾ ਦੇ ਮੰਦਰ ਹਰ ਪਿੰਡ ਵਿੱਚ ਹੁੰਦੇ ਹਨ। ਉੱਥੋਂ ਦੀ ਮਿੱਟੀ ਲਿਆ ਕੇ ਪਾਣੀ ਵਿੱਚ ਘੋਲ ਕੇ ਘਾਹ ਦੀਆਂ ਤਿੜਾਂ ਨਾਲ ਫਲੂਹਾਂ ਤੇ ਛਿੜਕਦੇ ਹਨ। ਬਿਮਾਰ ਬੱਚੇ ਨੂੰ ਹੀ ਸ਼ੀਤਲਾ ਮੰਦਰ ਲੈ ਜਾਂਦੇ ਅਤੇ ਰਾਹ ਵਿੱਚ ਹੀ ਗੀਤ ਗਾਉਂਦੇ ਹਨ। ਬੱਚੇ ਦੀ ਪਰਿਕਰਮਾ ਕਰਾਉਂਦੇ ਹਨ ਅਤੇ ਮੌਲੀ, ਮੱਖਣ ਅਤੇ ਮਿੱਠੀ ਰੋਟੀ ਔਰਤਾਂ ਭੇਟਾ ਕਰਦੀਆਂ ਹਨ। ਉੱਥੋਂ ਲਾਗੇ ਛੱਪੜ ਦੀ ਮਿੱਟੀ ਲਿਆ ਕੇ ਘਾਹ ਵਿੱਚ ਤਿੜਾਂ ਨਾਲ ਫਿਰ ਕਈ ਦਿਨ ਛਿੜਕਦੇ ਰਹਿੰਦੇ ਹਨ। ਜੇ ਬੱਦਲ ਗਰਜਣ ਤਾਂ ਛੱਜ ਵਿੱਚ ਠੀਕਰੀਆਂ ਪਾ ਕੇ ਖੜਕਾਉਂਦੇ ਹਨ ਕਿ ਗਰਜ ਦੀ ਆਵਾਜ਼ ਮਾਤਾ ਜੀ ਦੇ ਕੰਨੀ ਨਾ ਪਵੇ। ਜਦ ਗੁਰੂ ਹਰਗੋਬਿੰਦ ਜੀ ਨੂੰ ਬਿਮਾਰੀ ਨੇ ਜ਼ੋਰ ਪਾਇਆ ਤਾਂ ਕਈ ਔਰਤਾਂ ਨੇ ਵੀ ਸ਼ੀਤਲਾ ਦੀ ਪੂਜਾ
ਕਰਨ ਲਈ ਕਿਹਾ। ਮਹਾਰਾਜ ਨੇ ਉਸ ਵੇਲੇ ਵੀ ਇਹੀ ਕਿਹਾ, ਗੁਰੂ ਹਰਗੋਬਿੰਦ ਦਾ ਰਾਖਾ ਆਪ ਵਾਹਿਗੁਰੂ ਹੈ, ਸਿਰਫ ਉਸ ਦਾ ਸਹਾਰਾ ਲਵੋ, ਜੋ ਸੁੱਖ ਦਾਤਾ ਹੈ ਅਤੇ ਦੁੱਖ ਦਾਹਿਤ ਹੈ। बचन सन डरो न और बालक के रखवार रमापत, आस करो परमेश्वर की जिस ते नह और बड़े दुख दाहत। माता गंगा जी भी यही ही कहते रहंदे सन। श्री गुरु नानक नंद बचाया, जद रता भी घरों घबराहट दी शो आई तां गुरु जी यही ही कहंदे हन, सुन देत धीर नह करिहो त्रास, एक पार ब्रह्म की धरियो आस। गुरु नानक इनके नित सहाय, जिन नाम जपे सब कष्ट जाए। जद महादेव जी हाल पुछण आउंदे हन तां भी गुरु जी ने यह ही कहा, दीनन नाथ होए सहाय, दृग लय आप कर दै बचाए। बाबा प्रिथी चंद जी भी आए लिखे हन, पर उस समय भी गुरु कहो, प्रभ होवे सहाय, तुमरी किरपा सो दे है बचाई। सो किसी का यह लिखना फजूल है कि गुरु हरगोबिंद जी नूं शीतला दे मंदिर लै गए। जद आप जी नरोए होए तां गुरु जी ने यह वचन कीते, श्री नानक गुरदेव ने करे सुनैन प्रकाश, रक्षा कीनस हाथ दै लख पूरी मम मास। एक गल होर, उस दिन कड़ाह प्रसाद वरताया जद हरगोबिंद नूं चीचक निकली, कीनस कराह तह बाट दीन। यह शब्द आप कवि संतोख सिंह जी ने लिखे हैं ਅਤੇ ਹੋਰ जो कुछ लिखिया गया है यह पिछों पाया गया है। जद बीमारी आउंदी है उस समय कड़ाह प्रसाद तां एक पासे गर्म शै भी नहीं वरतदे, बईयां रोटियां मिठियां मक्खण पा दिंदे हन, चौल भी बहे कंजकां नूं दिंदे हन। होर सिख घर विच देवी दासी है। गुरु नानक दे घर झाड़ू देंदी गुरु अंगद देव जी ने आप डिठी सी। गुरु हरगोबिंद दा एक सिख भैरिओ तां देवी दा नक भी वढ लिआया सी ਅਤੇ पकड़े जाण ते कहा सी, देवी दी गवाही लवो, फिर जे पड़ताल करिए तां स्पष्ट हो जाएगा कि यह दुर्गियाने दा तलाब शहर वल दी बाही वल दो थम्मां दे विचकार एक दीवार ते लगी सिल तो पता लगदा है। पहली माघ सन 1905 बिक्रमी हिजरी 1265 ਨੂੰ ਬਣਿਆ ਹੈ। शीतला मंदिर की इमारत भी इस दे लागे चागे दी है। इस हिसाब नाल यह तलाब सन 1848 ਅਤੇ मंदिर कुछ चिर ਪਹਿਲਾਂ ਬਣਿਆ, जिस दा श्री ਅੰਮ੍ਰਿਤਸਰ ਵੇਲੇ वजूद ही नहीं सी। उस वाल जाण दा सवाल ही पैदा नहीं हुंदा। यह दुर्गियाना दा पद भी सन 1848 ਤੋਂ ਬਾਅਦ ही ਵਰਤਿਆ ਜਾਣ ਲੱਗਾ ਸੀ। पर सब तो वड्डी गवाही गुरु अर्जन देव जी का गौड़ी राग का उचारिया शब्द है, जिस विच उन्हां वाहिगुरू का शुक्र किया कि हरगोबिंद दे नैन नरोए रहे। किसे भरम वहम विच कोई नहीं फसिया। मालक ने आप ही शीतला तो रखिया की। हर रोग अते रखणहार आप सिरजनहार है। दवा दारू करना गृहस्थी का फर्ज है। जदों प्रभु की मेहर हुंदी है, दवाई काट करदी है। पूरा शब्द देना ही ठीक रहेगा। नेत्र प्रकाश किया गुरुदेव, भरम गए पूरन, भविसेव रहाओ, शीतला ते रखिया बिहारी, पार ब्रह्म प्रभ किरपा धारी। नानक नाम जपे जो जीवे, साध संग हर अमृत पीवे। इसे तरह सदा सदा हर जापे, प्रभ बालक राखे आपे। अरदास सुनी भगत अपने की, सब जी भया किरपाला। दा शब्द भी उचारिया ਤਾਂ ਕਿ ਅਸੀਂ ਕਦੀ ਵਹਿਮਾਂ ਭਰਮਾਂ ਵਿੱਚ ਨਾ ਫਸੀਏ। ਰਾਜ ਭਾਵੇਂ ਅਕਬਰ ਦਾ ਹੀ ਸੀ, ਪਰ ਪ੍ਰੋਹਿਤ ਆਪਣੇ ਹੱਕਾਂ ਦਾ ਮੁਕਦਾ ਦੇਖ ਸਹਾਰ ਨਹੀਂ ਸਕਦੇ ਸਨ। ਪ੍ਰੋਹਿਤਾਂ ਨੇ ਬ੍ਰਾਹਮਣ ਬੀਰਬਲ ਨੂੰ ਆਗਰੇ ਜਾ ਕੇ ਗੁਰੂ ਘਰ ਦਾ ਪ੍ਰੋਹਿਤਾਂ ਵਿਰੁੱਧ ਹੋਣਾ ਦੱਸਿਆ। ਇਹ ਯਾਦ ਰਹੇ ਕਿ ਗੁਰੂ ਘਰ ਕਿਸੇ ਪ੍ਰੋਹਿਤਵਾਦ ਨੂੰ ਨਹੀਂ ਮੰਨਦਾ। ਇੱਥੋਂ ਤੱਕ ਕਿ ਜਦ ਸ਼੍ਰੀ ਹਰਿਮੰਦਰ ਸਾਹਿਬ ਬਣ ਤਿਆਰ ਹੋ ਰਿਹਾ ਸੀ ਤਾਂ ਪ੍ਰੋਹਿਤਾਂ ਨੇ ਜਿੱਦ ਕੀਤੀ ਸੀ ਕਿ ਲੰਗਰ ਦਾ ਪਹਿਲਾ ਥਾਲ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਮਹਾਰਾਜ ਨੇ ਇਹ सुन फरमाया सी, हमारा प्रोहित भाई बनो, साध संगत तुम सतकर मनो। जिन्ना सेवा कीती है, गारे बनाए हन, इट्टां ढोईयां हन, पिट्ठां ते पंडां चुकीयां हन, शरीरां दी परवाह नहीं कीती, ओहो ही पहल दे हकदार हन। भाई बहलो है सब तो पहलो, कहण दा गुज्जा भाव प्रोहित श्रेणी ते ही सट सी। बीरबल ने भरोसा दिलवाया सी कि जद ओह लाहौर वल आवेगा, गुरु अर्जन देव जी नूं पुछेगा
करना करतार दा सरहद विच यूसफजियां ने शोरश खड़ी कर दित्ती। पहलां शेख फरीद बुखारी गया, ओह माल लुट पुट के वापस आ गया। फिर जैन खान भेजा गया, पर ओह भी कामयाब ना होया। अबुल फजल अते बीरबल दे नां दा पासा सुट्टिया गया। बीरबल दा नां निकलिया। हकीम अबुल फता ते बीरबल मुहिम ते चढ़े। ਅੰਮ੍ਰਿਤਸਰ बीरबल पुज्जा ਤਾਂ ਉਸ ਧਮਕੀ ਤੇ ਰੋਹਬ ਭਰੀਆਂ ਗੱਲਾਂ ਕੀਤੀਆਂ। ਅੰਮ੍ਰਿਤਸਰ ਤੋਂ ਕਰ ਵੀ ਵਸੂਲ ਕਰਨਾ ਚਾਹਿਆ। ਗੁਰੂ ਜੀ ਨੇ ਠਰਮੇ ਨਾਲ ਕਿਹਾ, ਇਹ ਟਿਕਾਣਾ ਕੋਈ ਵਪਾਰ ਜਾਂ ਕਸਬ ਦਾ ਨਹੀਂ, ਇਹ ਫਕੀਰੀ ਟਿਕਾਣਾ ਹੈ। ਕਰ ਦੀ ਵਸੂਲੀ ਅਤੇ ਜ਼ਬਰ ਜ਼ੋਰ ਦੀਆਂ ਗੱਲਾਂ ਫਾਲਤੂ ਹਨ ਅਤੇ ਸੋਭਦੀਆਂ ਨਹੀਂ। ਜਦ बीरबल ਨੇ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਮਹਾਰਾਜ ਨੇ ਸਿਰਫ ਇਤਨਾ ਹੀ ਕਿਹਾ, ਉਹ ਹੀ ਹੋਵੇਗਾ ਜੋ ਕਰਤਾਰ ਨੂੰ ਭਾਵੇ, ਉਹ ਨਹੀਂ ਹੋਵੇਗਾ ਜੋ ਉਹ ਚਾਹੁੰਦਾ ਹੈ ਕਿ ਨਾ ਹੋਵੇ। बीरबल ਨੂੰ ਉਧਰੋਂ ਹੁਕਮ ਆ ਰਹੇ ਸਨ ਕਿ ਛੇਤੀ ਕਾਬਲ ਪੁੱਜੋ। ਇਹ ਕਹਿ ਮੁੜ ਕੇ ਸਿੱਜਾਂਗਾ ਕੂਚ ਕਰ ਗਿਆ। ਕਾਬਲ ਦੀ ਮੁਹਿੰਮ ਵਿੱਚ ਉਸ ਨੂੰ ਨਾ ਕਾਮਯਾਬੀ ਤਾਂ ਹੋਈ, ਪਰ ਯੂਸਫਜੀਆਂ ਦੇ ਹੱਥੋਂ बीरबल ਮਾਰਿਆ ਗਿਆ। ਜੈਨ ਖਾਨ ਵੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਇਆ। ਅਕਬਰ ਨੇ ਆਪਣੀ ਰਾਜਧਾਨੀ ਕੁਝ ਚਿਰ ਲਈ ਆਗਰਾ 1586 ਈਸਵੀ ਤੋਂ ਬਦਲ ਲਈ ਸੀ ਅਤੇ ਲਾਹੌਰ ਆਰਜੀ ਟਿਕਾਣਾ ਕਰ ਲਿਆ ਸੀ। 1598 ਤੱਕ ਉਸ ਲਾਹੌਰ ਨੂੰ ਹੀ ਰਾਜਧਾਨੀ ਰੱਖਿਆ। ਉਹ ਆਪ ਭਾਵੇਂ ਕਸ਼ਮੀਰ ਜਾਂ ਹੋਰ ਇਲਾਕਿਆਂ ਵਿੱਚ ਹੋ ਆਉਂਦਾ ਸੀ। ਅਲੰਕਾਰਾਂ ਦਾ ਉਸ ਨਾਲ ਹੋਣਾ ਕੁਦਰਤੀ ਸੀ। ਪ੍ਰਿਥੀ ਚੰਦ ਨੇ ਗੋਂਦਾਂ ਗੁੰਦਣੀਆਂ ਆਰੰਭ ਕਰ ਦਿੱਤੀਆਂ ਸਨ। ਹੁਣ ਉਹ ਸਰਕਾਰ ਦਾ ਰੋਹਬ ਗੁਰੂ ਜੀ ਨੂੰ ਦਿਖਾਉਂਦੇ ਸਨ। ਇਹ ਵੀ ਕਹਿੰਦੇ ਸਨ, ਪਾਤਸ਼ਾਹ ਪਹਿ ਕਰੋ ਪੁਕਾਰਨ, ਗੁਰਤਾ ਲੇਵੋ ਤੁਰਨ ਸ਼ੀਨ। ਗੁਰੂ ਨੂੰ ਹੁਣ ਆਰਾਮ ਨਾਲ ਨਹੀਂ ਰਹਿਣ ਦੇਵਾਂਗਾ। ਮਹਾਦੇਵ ਜੀ ਹੁਣ ਜਦ ਪ੍ਰਿਥੀ ਚੰਦ ਨੂੰ ਝਗੜੇ ਨਾ ਪਾਉਣ ਲਈ ਕਹਿੰਦੇ ਤਾਂ ਉਹ ਸਗੋਂ ਕਹਿੰਦੇ ਕਿ ਤੈਨੂੰ ਗੁਰੂ ਅਰਜਨ ਨੇ ਨਿਮਰਤਾ ਨਾਲ ਜਿੱਤ ਲਿਆ ਹੈ। ਤੁਝ ਪ੍ਰਸੰਨ ਕਰ ਦੇਤ ਨਰਮ ਹੋਏ। ਭਾਈ ਗੁਰਦਾਸ ਜੀ ਨੂੰ ਵੀ ਜਦ ਪਤਾ ਲੱਗਿਆ ਕਿ ਉਹ ਤੁਰਕਾਂ ਦੀ ਸਹਾਇਤਾ ਮੰਗ ਰਿਹਾ ਹੈ ਤਾਂ ਉਹਨਾਂ ਵੀ ਕਿਹਾ ਕਿ ਤੁਰਕਾਂ ਦੀ ਸਹਾਇਤਾ ਮੰਗਣੀ ਸ਼ੋਭਦੀ ਨਹੀਂ, ਨੀਕੀ ਨਹੀਂ, ਉਪਾਧੀ ਹੈ। ਢਿੱਗ ਤੁਰਕ ਪੁਕਾਰਾ। ਸੂਰਯ ਪ੍ਰਕਾਸ਼ ਦਾ ਕਹਿਣਾ ਹੈ ਕਿ ਸਰਕਾਰ ਪਾਸ ਇਹ ਹੀ ਸ਼ਿਕਾਇਤ ਲੈ ਪ੍ਰਿਥੀ ਚੰਦ ਗਏ ਸਨ ਕਿ ਗੁਰੂ ਅਰਜਨ ਦੇਵ ਜੀ ਨਿਰਭੈ ਹੀ ਨਹਿ ਜਾਣੈ ਕਾਹੂ ਸ਼ਾਹੀ, ਡਰ ਵੀ ਲਾ ਸੁੱਟ ਦਿੱਤਾ ਸੂ, ਚਿਤ ਕੇ ਤੁਮਰੇ ਤਰਾਸ ਵਿਸਾਰਿਓ। ਬੰਸਾਵਲੀ ਨਾਮਾ ਵਾਲਾ ਵੀ ਆਖਦਾ ਹੈ ਕਿ ਪ੍ਰਿਥੀ ਚੰਦ ਨੇ ਇਹ ਕੀਤੀ ਸਲਾਹ। ਕਹੀਏ ਨਵਾਬ ਨੂੰ ਇਹ ਗੁਰੂ ਅਰਜਨ ਆਖਦਾ ਹੈ। ਸੱਚਾ ਪਾਤਸ਼ਾਹ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦਾ ਕਹਿਣਾ ਹੈ ਕਿ ਉਹ ਦਿੱਲੀ ਤੋਹਫੇ ਨਜ਼ਰਾਨੇ ਲੈ ਕੇ ਜਾ ਰਿਹਾ ਸੀ ਅਤੇ ਉਸ ਨੂੰ ਖਬਰ ਮਿਲੀ ਕਿ ਮੁਗਲ ਸਰਕਾਰ ਦਾ ਇੱਕ ਅਲੰਕਾਰ ਸੁਲਹੀ ਖਾਨ ਹੇਹੇਰੀ ਆ ਰਿਹਾ ਹੈ। ਪ੍ਰਿਥੀ ਚੰਦ ਉਸ ਪਾਸ ਪੁੱਜਾ, ਸਾਰੀ ਵਿਥਿਆ ਦੱਸੀ। ਜਾਣ ਪਹਿਚਾਣ ਤਾਂ ਲਾਹੌਰ ਤੋਂ ਹੈ ਹੀ ਸੀ। ਉਸ ਕਿਹਾ ਕਿ ਅਜੇ ਤਾਂ ਉਹ ਹੋਰ ਕਾਰਜਾਂ ਵਿੱਚ ਰੁੱਝਿਆ ਹੋਇਆ ਹੈ, ਪਰ ਆਪਣੇ ਭਤੀਜੇ ਸੁਲਭੀ ਖਾਨ ਨੂੰ ਸੁਨੇਹਾ ਭੇਜ ਕੇ ਅੰਮ੍ਰਿਤਸਰ ਘੱਲ ਦੇਵੇਗਾ। ਸੋ ਸੁਨੇਹਾ ਲੈ ਕੇ ਪ੍ਰਿਥੀ ਚੰਦ ਆਪ ਗਿਆ ਅਤੇ ਸੁਲਭੀ ਖਾਨ ਨੂੰ ਹੱਲਾ ਕਰਨ ਲਈ ਭੇਜਿਆ। ਉਸ ਨੇ ਚਾਲੇ ਪਾ ਦਿੱਤੇ। ਡੇਰਾ ਅਜੇ ਬਿਆਸ ਕਿਨਾਰੇ ਹੀ ਸੀ ਕਿ ਇੱਕ ਸਈਦ ਹਸਨ ਅਲੀ ਨਾਂ ਦੇ ਅਹਲਕਾਰ ਨਾਲ, ਜਿਸ ਨਾਲ ਉਸ ਦੀ ਤਨਖਾਹ ਨਾ ਦੇਣ ਕਾਰਨ ਵਿਗੜੀ ਹੋਈ ਸੀ, ਖੜਕ ਪਈ। ਹਸਨ ਅਲੀ ਨੇ ਮੰਗਾਲੀ ਪਾਈ ਅਤੇ ਝਗੜਾ ਲੜਾਈ ਬਣ ਗਿਆ। ਹਸਨ ਅਲੀ ਨੇ ਤਲਵਾਰ ਨਾਲ ਸੁਲਭੀ ਦਾ ਸਿਰ ਵੱਢ ਦਿੱਤਾ। ਇੱਧਰ ਅੰਮ੍ਰਿਤਸਰ ਜਦ ਸੁਲਭੀ ਦੇ ਚੜ੍ਹ ਆਉਣ ਦੀ ਖਬਰ ਗੁਰੂ ਜੀ ਨੂੰ ਦਿੱਤੀ ਗਈ ਤਾਂ ਉਹਨਾਂ ਇਹ ਹੀ ਫਰਮਾਇਆ ਕਿ ਸਭ ਉਸ ਦੇ ਹੁਕਮ ਵਿੱਚ ਠੀਕ ਹੋਵੇਗਾ। ਸਾਡਾ ਤਾਣ ਤਕੀਆ ਮਾਣ ਦੀਵਾਨ ਪ੍ਰਭੂ ਹੈ। ਸਾਡੇ ਕੋਲੋਂ 2 ਐਸੇ ਹਥਿਆਰ ਹਨ ਜਿਸ ਅੱਗੇ ਕੋਈ ਵਿਕਾਰੀ ਟਿਕ ਨਹੀਂ ਸਕੇਗਾ। ਗਰੀਬ ਗੁਰਜ ਤੇ ਸੰਗਤ ਦੀ ਧੂੜ ਖੰਡਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਨ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ। ਸੁਲਭੀ ਦੀ ਮੌਤ ਸੁਣ ਕੇ ਆਪ ਉਸੇ ਹੀ ਰੰਗ ਵਿੱਚ ਰਹੇ। ਸੁਲਭੀ ਖਾਨ ਦਾ ਵਾਰ ਖਾਲੀ ਜਾਂਦਾ ਦੇਖ ਪ੍ਰਿਥੀ ਚੰਦ ਹੋਰ ਛੱਥਾ ਪਿਆ। ਉਸਨੇ ਸੁਲਹੀ ਖਾਨ ਨੂੰ ਆਪ ਹੱਲਾ ਕਰਨ ਲਈ ਮਨਾ ਲਿਆ। ਰਾਹ ਦਾ ਸਾਰਾ ਖਰਚਾ ਅਤੇ ਹੋਰ ਇਨਾਮ ਦੇਣਾ ਵੀ ਪ੍ਰਿਥੀ ਚੰਦ ਨੇ ਸਵੀਕਾਰ ਕਰ ਲਿਆ। ਗੁਰੂ ਜੀ ਨੂੰ ਸੂਹ ਮਿਲ ਗਈ ਸੀ ਕਿ ਸੁਲਹੀ ਖਾਨ ਹੁਣ ਤਕੜਾ ਹੱਲਾ ਬੋਲੇਗਾ। ਆਪ ਜੀ ਨੂੰ ਜਦ ਸੰਗਤਾਂ ਨੇ ਲਾਹੌਰ ਪੂਰੀ ਖਬਰ ਚਿੱਠੀ ਰਾਹੀਂ ਪਹੁੰਚਾਉਣ ਜਾਂ 2-4 ਸਿਆਣੇ ਅਕਬਰ ਦੇ ਦਰਬਾਰ ਭੇਜਣ ਲਈ ਕਿਹਾ ਤਾਂ ਕੁਝ ਉਪਾਅ ਕਰਨ ਦੇ ਸੁਝਾਅ ਦਿੱਤੇ ਤਾਂ ਸਾਰਿਆਂ ਦਾ ਆਪ ਜੀ ਨੇ ਇੱਕ ਹੀ ਨਿਸ਼ਚੇ ਭਰਿਆ ਉੱਤਰ ਦਿੱਤਾ, ਮੈਂ ਸਭ ਕਿਛ ਛੋੜ ਪ੍ਰਭੂ ਤੂੰ ਹੀ ਧਿਆਇਆ ਤੇ ਬਚਨ ਕੀਤਾ। ਮਿਰਤ ਹੱਸੇ ਸਿਰ ਉਪਰੇ ਪਸੂਆ ਨਹੀਂ ਬੂਝੇ,
ਹਹੇਰੀ ਤੋਂ ਜਦ ਸੁਲਹੀ ਖਾਨ ਅੰਮ੍ਰਿਤਸਰ ਵੱਲ ਫੌਜਾਂ ਲੈ ਕੇ ਟੁਰਨ ਲੱਗਾ ਤਾਂ ਪ੍ਰਿਥੀ ਚੰਦ ਨੇ ਆਪਣੇ ਨਵੇਂ ਲਗਾਏ ਆਵੇ ਨੂੰ ਦੇਖਣ ਲਈ ਕਿਹਾ। ਉਸ ਹੰਕਾਰ ਵਿੱਚ ਹੀ ਘੋੜਾ ਉੱਚਾ ਚੜ੍ਹਾਉਣ ਲਈ ਅੱਡੀ ਲਗਾਈ। ਘੋੜਾ ਦੌੜ ਪਿਆ ਅਤੇ ਅਥਰਾ ਹੋ ਗਿਆ। ਆਵੇ ਦੀ ਬਣਾਵਟੀ ਦੀਵਾਰ ਤੋਂ ਉਛਲ ਕੇ ਆਵੇ ਵਿੱਚ ਜਾ ਪਿਆ। ਉੱਥੇ ਐਸੀ ਦੱਬੀ ਹੋਈ ਭੁੱਬਲ ਮਗ ਰਹੀ ਸੀ ਕਿ ਚੀਕਾਂ ਮਾਰਦੇ ਮਾਰਦੇ ਸੁਲਹੀ ਦੇ ਸਵਾਸ ਨਿਕਲ ਗਏ। ਘੋੜੇ ਸਮੇਤ ਸਰੀਰ ਸੜ ਬਲ ਗਿਆ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਜਦ ਘੋੜਾ ਦੌੜਾਇਆ ਤਾਂ ਇੱਕ ਪੰਛੀ ਉੱਡ ਕੇ ਘੋੜੇ ਵੱਲ ਨੱਸਿਆ ਤੇ ਘੋੜਾ ਤਰਬਕ ਪਿਆ ਅਤੇ ਰੁਕਿਆ ਵੀ ਨਾ ਰੁਕੇ ਅਤੇ ਭੱਠੇ ਵਿੱਚ ਸਮਾਰ ਸਮੇਤ ਜਾ ਪਿਆ। ਗੁਰੂ ਅਰਜਨ ਦੇਵ ਜੀ ਨੂੰ ਜਦ ਚੜੇ ਆਉਂਦੇ ਸੁਲਹੀ ਦੇ ਗਿਰ ਸੜ ਜਾਣ ਦੀ ਖਬਰ ਪੁੱਜੀ ਤਾਂ ਸ਼ੁਕਰਾਨੇ ਦਾ ਸ਼ਬਦ ਉਚਾਰਿਆ ਕਿ ਪਾਰ ਬ੍ਰਹਮ ਪ੍ਰਭ ਭਏ ਦਿਆਲਾ, ਸਿਵ ਕੈ ਬਾਣ ਸਿਰ ਕਾਟਿਓ ਅਤੇ ਭਸਮਾ ਭੂਤ ਹੋਏ ਖਿਨ ਭੀਤਰ ਆਪਣਾ ਕੀਆ ਪਾਇਆ। ਫਿਰ ਇੱਕ ਹੋਰ ਸ਼ਬਦ ਵਿੱਚ ਹੋਸ਼ੇ ਹਥਿਆਰ ਵਰਤਣ ਵਾਲੇ ਦੇ ਹਸ਼ਰ ਦਾ ਜ਼ਿਕਰ ਵੀ ਕੀਤਾ। ਨਾਪਾਕ ਸ਼ਬਦ ਵਰਤਣ ਤੋਂ ਭਾਵ ਸੀ ਮੁਸਲਮਾਨ ਦਾ ਸੜ ਜਾਣਾ, ਉਹਨਾਂ ਦੀ ਰੋਹ ਰੀਤੀ ਨਾਲ ਨਾਪਾਕ ਹੋਣਾ ਹੈ। ਉਹ ਦੀਨ ਤੋਂ ਵੀ ਗਿਆ ਅਤੇ ਦੁਨੀ ਤੋਂ ਵੀ। ਸ਼ਬਦ ਇਹ ਸੀ ਸੁਲਹੀ ਤੇ ਨਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਪਾਕ ਰਹਾਓ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮਹਿ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਾਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਥਨ ਕਿਛ ਨ ਰਹਿਓ, ਸੂ ਛੋੜ ਗਿਆ ਸਭ ਭਾਈ ਸਾਕ, ਕਹਿ ਨਾਨਕ ਤਿਸ ਪ੍ਰਭ ਬਲਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ ਕਿ ਹੁਣ ਗੁਰੂ ਜੀ ਦੀ ਜਾਤ ਜਾਂ ਨਿੱਜ ਦੀ ਗੱਲ ਨਹੀਂ ਸੀ ਰਹੀ, ਇਹ ਸੰਗਤ ਤੇ ਪੰਥ ਦੀ ਗੱਲ ਸੀ। ਭਾਗ 8ਵਾਂ ਲਾਹੌਰ ਫੇਰੀ, ਨਨਕਾਣਾ ਸਾਹਿਬ ਦਰਸ਼ਨ ਅਤੇ ਸ਼ਾਹ ਅਕਬਰ ਮੇਲ। ਗੁਰਗੱਦੀ ਤੇ ਗੁਰੂ ਅਰਜਨ ਦੇਵ ਜੀ ਨੂੰ ਬਿਰਾਜਮਾਨ ਹੋਏ 17 ਸਾਲ ਹੋ ਗਏ ਸਨ, ਪਰ ਉਹ ਲਾਹੌਰ ਨਾ ਜਾ ਸਕੇ। ਲਾਹੌਰ ਦੀਆਂ ਸੰਗਤਾਂ ਅਤੇ ਖਾਸ ਕਰ ਮੀਆਂ ਮੀਰ ਜੀ ਕਈ ਵਾਰ ਲਾਹੌਰ ਆਉਣ ਲਈ ਕਹਿ ਗਏ ਸਨ। ਤਾਇਆ ਸਿਹਾਰੀ ਮੱਲ ਤਾਂ ਨਿੱਤ ਹੀ ਬੇਨਤੀਆਂ ਭੇਜਦੇ ਸਨ, ਪਰ ਗੁਰੂ ਜੀ ਪੰਥ ਉਸਾਰੀ ਵਿੱਚ ਐਸੇ ਰੁੱਝੇ ਸਨ ਕਿ ਜਾ ਨਾ ਸਕੇ। ਹੁਣ ਜਦ ਲਾਹੌਰ ਤੋਂ ਇਹ ਖਬਰਾਂ ਪੁੱਜ ਰਹੀਆਂ ਸਨ ਕਿ ਕਾਲ ਕਾਰਨ ਪਿੰਡ ਵਿੱਚ ਹਾਲਤ ਤਾਂ ਵਿਗੜੀ ਹੈ, ਪਰ ਲਾਹੌਰ ਇੱਕ ਸ਼ਮਸ਼ਾਨ ਘਾਟ ਹੀ ਬਣ ਗਿਆ ਹੈ। ਆਪ ਜੀ ਨੇ ਤੁਰੰਤ ਲਾਹੌਰ ਜਾਣ ਦਾ ਫੈਸਲਾ ਕੀਤਾ। ਅਕਬਰ ਵੀ ਲਾਹੌਰ ਛੱਡ ਕਲਾਨੌਰ ਚਲਾ ਗਿਆ ਸੀ। ਸਮਕਾਲੀ ਇਤਿਹਾਸਕਾਰ ਨੂਰ ਉਲ ਹੱਕ ਨੇ ਲਿਖਿਆ ਹੈ ਕਿ ਭੁੱਖ ਅਤੇ ਬਿਮਾਰੀ ਕਾਰਨ ਮਰਨ ਵਾਲਿਆਂ ਨਾਲ ਲਾਹੌਰ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ। ਲਾਸ਼ਾਂ ਨੂੰ ਸ਼ਹਿਰ ਵਿੱਚੋਂ ਚੁੱਕ ਕੇ ਬਾਹਰ ਦੱਬਣ ਤੇ ਸਾੜਨ ਦਾ ਕੋਈ ਪ੍ਰਬੰਧ ਨਹੀਂ ਸੀ। ਇਤਨੀ ਭੈੜੀ ਹਾਲਤ ਹੋ ਗਈ ਸੀ ਕਿ ਅਕਬਰ ਵੀ ਮਜਬੂਰ ਹੋ ਗਿਆ। ਲਾਹੌਰ ਪੁੱਜਦਿਆਂ ਹੀ ਗੁਰੂ ਜੀ ਨੇ ਲੰਗਰ ਲਗਾ ਦਿੱਤੇ। ਸਿੱਖਾਂ ਨੂੰ ਦੂਰ ਦਰੇਡੇ ਸੁਨੇਹੇ ਭਿਜਵਾਏ ਕਿ ਦਸਵੰਧ ਦੀ ਰਕਮ ਛੇਤੀ ਲਾਹੌਰ ਭੇਜਣ। ਜੋ ਕੋਈ ਕੰਮ ਕਰ ਸਕਦੇ ਸਨ ਉਹਨਾਂ ਲਈ ਬੌਲੀ ਸਾਹਿਬ ਅਤੇ ਜਨਮ ਸਥਾਨ ਗੁਰੂ ਰਾਮਦਾਸ ਜੀ ਦੇ ਨਵੇਂ ਸਿਰਿਓਂ ਉਸਾਰਨ ਦੀ ਵਿਉਂਤ ਬਣਾ ਲਈ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਗਿਆ। ਗੁਰੂ ਜੀ ਆਪੂ ਜਾ ਲਾਸ਼ਾਂ ਚੁੱਕਦੇ, ਠਿਕਾਣੇ ਲਗਾਉਂਦੇ। ਲਾਹੌਰ ਲਈ ਗੁਰੂ ਜੀ ਨੂੰ ਦੁਖੜੇ ਸਹਿੰਦਾ ਦੇਖ ਲੋਕ ਧੰਨ ਗੁਰੂ ਅਰਜਨ ਕਹਿ ਰਹੇ ਸਨ। 8 ਮਹੀਨੇ ਗੁਰੂ ਜੀ ਲਾਹੌਰ ਰਹੇ। ਜਦ ਤੱਕ ਲਾਹੌਰ ਨੂੰ ਕਾਲ ਤੋਂ ਪੂਰੀ ਰਾਹਤ ਨਾ ਮਿਲੀ, ਹੋਰ ਕਿਧਰੇ ਨਾ ਗਏ। ਜਨਮ ਸਥਾਨ ਡੱਬੀ ਬਾਜ਼ਾਰ ਦੇ ਬੌਲੀ ਸਾਹਿਬ ਦੀ ਉਸਾਰੀ ਦਾ ਪੂਰਾ ਕਾਰਜ ਆਪ ਜੀ ਨੇ ਭਾਈ ਕਰਮਚੰਦ ਅਤੇ ਭਾਈ ਧਰਮਚੰਦ ਜੀ ਨੂੰ ਸੌਂਪਿਆ ਹੋਇਆ ਸੀ। ਆਪ ਜੀ ਨੇ ਆਪਣਾ ਟਿਕਾਣਾ ਦੀਵਾਨ ਖਾਨਾ, ਜਿੱਥੇ ਪਿੱਛੋਂ ਖੁਦਾ ਸਿੰਘ ਦੀ ਧਰਮਸ਼ਾਲ ਬਣੀ ਰੱਖਿਆ। ਭਾਈ ਗੁਰਦਾਸ ਜੀ ਨੇ ਭਾਈ ਸਿਹਾਰੀ ਮੱਲ ਨੂੰ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖਿਆ ਹੈ। ਤਾਇਆ ਸਿਹਾਰੀ ਮੱਲ ਨੂੰ ਸੋਢੀ ਘਰ ਦਾ ਲਾਹੌਰ ਵਿੱਚ ਸਨਮੁਖ ਸਿੱਖ ਕਰ ਕੇ ਆਦਰ ਦਿੱਤਾ ਹੈ। ਇੱਥੋਂ ਇਹ ਪ੍ਰਤੀਤ ਹੋ ਜਾਏਗਾ ਕਿ ਸਿੱਖੀ ਵਿੱਚ ਸੰਸਾਰੀ ਰਿਸ਼ਤੇ ਨਹੀਂ ਹਨ, ਅਸਲ ਰਿਸ਼ਤਾ ਸਿੱਖੀ ਦਾ ਹੈ। ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਨ ਤਾਇਆ ਸਿਹਾਰੀ। ਭਾਈ ਮਣੀ ਸਿੰਘ ਜੀ ਲਿਖਦੇ ਹਨ ਕਿ ਭਗਤ ਅਕਰੂਰ ਦੀ ਨਿਆਈ ਰਿਦਾ ਉਹਨਾਂ ਦਾ ਭਗਤ ਹੈ ਸੀ। ਗੁਰੂ ਜੀ ਤੇ ਸੰਗਤਾਂ ਦੀ ਟਹਿਲ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ। ਇੱਕ ਦਿਨ ਗੁਰੂ ਜੀ ਨੇ ਬਚਨ ਕੀਤਾ, ਤਾਇਆ ਜੀ ਅਸੀਂ ਰਿਸ਼ਤੇ ਵਿੱਚ ਤੁਹਾਡੇ ਭਤੀਜੇ ਲੱਗਦੇ ਹਾਂ। ਟਹਿਲ ਤਾਂ ਸਾਨੂੰ ਤੁਹਾਡੀ ਕਰਨੀ ਚਾਹੀਦੀ ਹੈ। ਸਿਹਾਰੀ ਮੱਲ ਜੀ ਨੇ ਚਰਨ ਪਕੜ ਲਏ ਤੇ ਕਿਹਾ, ਤੁਸੀਂ ਮਹਾਂਪੁਰਖ ਹੋ, ਮੈਨੂੰ ਆਪਣੀ ਮਾਇਆ ਕਰ ਵੰਚ ਨਾਹੀਂ। ਸੰਸਾਰੀ ਰਿਸ਼ਤਿਆਂ ਦੀ ਦੀਵਾਰ ਪਾ ਕੇ ਗੁਰੂ ਸੇਵਾ ਤੋਂ ਹਟਕੋ ਨਾਹੀਂ।
ਮੈਨੂੰ ਸਗੋਂ ਸਿੱਖੀ ਦਾ ਦਾਨ ਦਿਓ। ਸਿੱਖੀ ਜਿਹਾ ਹੋਰ ਕੋਈ ਮੁਰਾਤਬਾ ਨਹੀਂ। ਗੁਰੂ ਜੀ ਨੇ ਨਿਮਰਤਾ ਦੇਖ ਕਿਹਾ, ਤਾਇਆ ਜੀ ਤੁਹਾਡਾ ਮਨ ਨੀਵਾਂ ਹੈ, ਤੁਹਾਨੂੰ ਸਿੱਖੀ ਦੀ ਦਾਤ ਪ੍ਰਾਪਤ ਹੈ। ਭਾਈ ਸਾਈਂ ਦਿੱਤਾ ਤੇ ਸੈਦੋਂ ਲਾਹੌਰ ਦੇ ਹੀ ਵਸਨੀਕ ਸਨ। ਇਹ ਵੀ ਦਿਨ ਰਾਤ ਸੇਵਾ ਧਿਆਨ ਵਿੱਚ ਜੁਟੇ ਰਹਿੰਦੇ ਸਨ। ਭਾਈ ਗੁਰਦਾਸ ਜੀ ਨੇ ਇਹਨਾਂ ਦੋਹਾਂ ਨੂੰ ਸ਼ਬਦ ਵਿਚਾਰੀ ਕਰਕੇ ਸਨਮਾਨਿਆ ਹੈ। ਇਹ ਦੋਵੇਂ ਗੁਰੂ ਅਮਰਦਾਸ ਜੀ ਨੂੰ ਪਹਿਲਾਂ ਲਾਹੌਰ ਲੈ ਗਏ ਸਨ। ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਤੀਜੇ ਪਾਤਸ਼ਾਹ ਨੇ ਫਰਮਾਇਆ ਸੀ, ਕੁਝ ਮੰਗੋ। ਇਹਨਾਂ ਹੱਥ ਜੋੜ ਬੇਨਤੀ ਕੀਤੀ ਸੀ। ਗੁਰੂ ਨਾਨਕ ਜੀ ਲਾਹੌਰ ਨੂੰ ਜ਼ਹਿਰ ਕਹਿਰ ਆਖ ਗਏ ਹਨ। ਅਸੀਂ ਲਾਹੌਰ ਦੇ ਵਸਨੀਕ ਹਾਂ, ਅਸੀਂ ਕਿਵੇਂ ਜ਼ਹਿਰ ਕਹਿਰ ਤੋਂ ਬਚੀਏ। ਗੁਰੂ ਅਮਰਦਾਸ ਜੀ ਨੇ ਭਾਵ ਪੂਰਤ ਸਲੋਕ ਉਚਾਰਿਆ ਸੀ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਹਨਾਂ ਦਾ ਭਾਵ ਸੀ ਕਿ ਜੋ ਵਸਦੇ ਜ਼ਹਿਰ ਕਹਿਰ ਵਿੱਚ ਸਿਫਤੀ ਦੇ ਘਰ ਚਲੇ ਜਾਂਦੇ ਹਨ, ਉਹ ਅੰਮ੍ਰਿਤਸਰ ਦੇ ਹੀ ਵਾਸੀ ਹਨ। ਜਿੱਥੇ ਸੰਗਤ ਹੋਵੇ ਉੱਥੇ ਅੰਮ੍ਰਿਤ ਵੇਲੇ ਜਾਣ। ਸ਼ਬਦ ਦੀ ਵਿਚਾਰ ਕਰਨੀ। ਸੈਦੋਂ ਨੂੰ ਉਚੇਚਾ ਬਚਨ ਕੀਤਾ, ਤੂੰ ਸ਼ਬਦ ਦੀ ਵਿਚਾਰ ਕੀਤਾ ਕਰ। ਉਹਨਾਂ ਦੋਹਾਂ ਨੇ ਐਸਾ ਹੀ ਜੀਵਨ ਬਣਾ ਲਿਆ। ਹੁਣ ਜਦ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਈ ਅਤੇ ਕਿਰਪਾ ਦੀ ਦਾਤ ਮੰਗੀ ਤਾਂ ਮਹਾਰਾਜ ਨੇ ਕਿਹਾ, ਤੁਹਾਨੂੰ ਗਿਆਨ ਦ੍ਰਿੜ ਹੋਇਆ ਹੈ, ਹੋਰਨਾਂ ਨੂੰ ਵੀ ਕਰਾਓ। ਲਾਹੌਰ ਲਾਗੇ ਹੀ ਮੁਜੰਗ ਨਾਂ ਦੀ ਇੱਕ ਬਸਤੀ ਹੈ। ਇੱਥੇ ਹੀ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਆ ਕੇ ਆਸਣ ਲਗਾਏ ਸਨ। ਉੱਥੋਂ ਦੀ ਸੰਗਤ ਭਾਈ ਕ੍ਰਿਸ਼ਨਾ ਜੀ ਅਤੇ ਸੇਠ ਮਗੀਨਾ ਦੀ ਅਗਵਾਈ ਹੇਠ ਗੁਰੂ ਜੀ ਪਾਸ ਦੀਵਾਨਖਾਨੇ ਦਰਸ਼ਨਾਂ ਨੂੰ ਆਈ ਅਤੇ ਬੇਨਤੀ ਕੀਤੀ ਕਿ ਉੱਥੇ ਮੁਜੰਗਾਂ ਦੇ ਵਸਨੀਕ ਗੁਰੂ ਨਿੰਦਿਆ ਕਰਦੇ ਹਨ, ਸਿੱਖਾਂ ਨੂੰ ਜਿੱਥੇ ਵੀ ਦੇਖਣ ਤੰਗ ਕਰਦੇ ਹਨ। ਸੋ ਕੋਈ ਐਸਾ ਆਪਣਾ ਸਿੱਖ ਉਸ ਇਲਾਕੇ ਵਿੱਚ ਪ੍ਰਚਾਰ ਹਿੱਤ ਭੇਜੋ ਕਿ ਦੁਸ਼ਟਾਂ ਨੂੰ ਵੀ ਸਿੱਖੀ ਆਵੇ। ਗੁਰੂ ਪਾਤਸ਼ਾਹ ਜੀ ਨੇ ਭਗਤ ਭਾਨੂ ਜੀ ਨੂੰ ਉੱਥੇ ਜਾ ਕੇ ਪ੍ਰਚਾਰ ਕਰਨ ਲਈ ਹੁਕਮ ਦਿੱਤਾ। ਭਾਨੂ ਜੀ ਨੂੰ ਭਾਈ ਗੁਰਦਾਸ ਜੀ ਨੇ ਸ਼ਬਦ ਵਿਚਾਰੀ ਕਰਕੇ ਲਿਖਿਆ ਹੈ। ਉਹਨਾਂ ਬਾਰੇ ਇਹ ਪ੍ਰਸਿੱਧ ਸੀ ਕਿ ਜੋ ਸ਼ਬਦ ਵਿਖੇ ਲਿਖਿਆ ਹੈ, ਪ੍ਰਥਮੇ ਆਪ ਕਮਾਵੇ, ਪਿੱਛੇ ਹੋਰਨਾਂ ਨੂੰ ਉਪਦੇਸ਼ ਕਰੇ। ਇੱਥੋਂ ਤੱਕ ਜੋ ਵੀ ਉਸ ਦੀ ਰਸਨਾ ਤੋਂ ਕਥਾ ਵਿਚਾਰ ਸੁਣੇ ਸੋ ਭਗਤ ਨੂੰ ਪ੍ਰਾਪਤ ਹੋਵੇ। ਭਾਈ ਭਾਨੂ ਜੀ ਦੇ ਮੁਜੰਗ ਪੁੱਜਦੇ ਹੀ ਲੋਕਾਂ ਦੇ ਸੁਭਾਅ ਤਬਦੀਲ ਹੋਣੇ ਸ਼ੁਰੂ ਹੋ ਗਏ। ਸਾਰੇ ਹੀ ਲੰਗਰ ਵਿੱਚ ਜੁੜਨ ਲੱਗ ਪਏ। ਸਾਰੀ ਮੁਜੰਗੀ ਹੀ ਗੁਰਮਤ ਨੂੰ ਪ੍ਰਾਪਤ ਹੋਈ। ਸੋ ਪਹਿਲਾਂ ਇੱਕ ਦੂਜੇ ਨਾਲ ਖਹਿ ਖਹਿ ਕਰਦੇ ਸਨ, ਵੱਡੂ ਵੱਡੂ ਹੁੰਦੀ ਸੀ, ਉਹ ਸਭ ਵੰਡ ਖਾਵਣ ਲੱਗੇ। ਭਾਈ ਕਲਿਆਣਾ ਜੀ ਜੋ ਇੱਕ ਵੱਡੇ ਯੋਧੇ ਕਰਕੇ ਜਾਣੇ ਜਾਂਦੇ ਸਨ ਅਤੇ ਲਾਹੌਰ ਹੀ ਰਹਿੰਦੇ ਸਨ, ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਆਪਣੀ ਸੂਰਮਤਾਈ ਦਰਸਾਉਣ ਲਈ ਕਲਿਆਣਾ ਜੀ ਨੇ ਕਿਹਾ, ਮੇਰੇ ਵਿੱਚ ਇਤਨਾ ਬਾਹੂਬਲ ਹੈ ਕਿ ਦਲਾਂ ਵਿੱਚ ਜਾ ਜੂਝਦਾ ਹਾਂ ਅਤੇ ਰਣ ਤੱਤੇ ਤੋਂ ਵੀ ਨਹੀਂ ਘਬਰਾਉਂਦਾ। ਹਾਠਾਂ ਵਿੱਚ ਸ਼ਸਤਰ ਚਲਾ ਕੇ ਫਿਰ ਆਪਣੇ ਦਲ ਆ ਮਿਲਦਾ ਹਾਂ। ਇਹ ਸੁਣ ਕੇ ਮਹਾਰਾਜ ਨੇ ਬਚਨ ਕੀਤਾ, ਆਸਾਨ ਹੈ ਇਹਨਾਂ ਹਾਠਾਂ ਵਿੱਚ ਸ਼ਸਤਰ ਚਲਾਉਣ, ਪਰ ਜੋ ਅਗਿਆਨ ਦੀ ਹਾਠ ਹੈ, ਕਾਮ ਕ੍ਰੋਧ ਲੋਭ ਮੋਹ ਦੀ ਫੌਜ ਹੈ, ਇਹਨਾਂ ਵਿੱਚੋਂ ਜੋ ਗੁਰੂ ਦਾ ਸ਼ਬਦ ਵਾਹਿ ਕੇ ਨਿਕਲਦਾ ਹੈ ਸੋ ਅਸਲ ਸੂਰਮਾ ਹੈ। ਜਦ ਭਾਈ ਕਲਿਆਣਾ ਨੇ ਪੁੱਛਿਆ ਕਿ ਇਹਨਾਂ ਹਾਠਾਂ ਤੋਂ ਨਿਕਲਣ ਲਈ ਕਿਹੜੇ ਹਥਿਆਰ ਵਰਤਣੇ, ਰੱਖਣੇ ਅਤੇ ਪਹਿਨਣੇ ਲਾਜ਼ਮੀ ਹਨ, ਤਾਂ ਮਹਾਰਾਜ ਨੇ ਫਰਮਾਇਆ ਕਿ ਨਿਮਰਤਾ ਦੀ ਸੰਜੋ ਪਹਿਨੇ, ਸਾਧ ਸੰਗਤ ਦੀ ਸੇਨਾ, ਸਿਮਰਨ ਦਾ ਸ਼ਸਤਰ ਅਤੇ ਢਾਲ ਗੁਰੂ ਸ਼ਬਦ ਰੱਖੇ। ਜੋ ਐਸੇ ਹਥਿਆਰਾਂ ਨਾਲ ਜੂਝਦਾ ਹੈ ਉਹ ਕਦੇ ਹਾਰ ਨਹੀਂ ਖਾਂਦਾ। ਮੀਆਂ ਮੀਰ ਤਕਰੀਬਨ ਰੋਜ਼ ਹੀ ਸੰਗਤ ਵਿੱਚ ਆਉਂਦੇ ਸਨ। ਗੁਰੂ ਜੀ ਵੀ ਉਹਨਾਂ ਦੇ ਡੇਰੇ ਹੋ ਆਉਂਦੇ ਸਨ। ਐਸਾ ਪਿਆਰ ਪਿਆ ਕਿ ਸਭ ਫਕੀਰਾਂ ਪੀਰਾਂ ਸਿਲਸਿਲਿਆਂ ਨੇ ਵੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਚਰਚਾ ਹੁੰਦੀ, ਸਾਰੇ ਰੌਸ਼ਨੀ ਲੈ ਮੁੜਦੇ। ਸਿੱਖ ਇਤਿਹਾਸ ਨੇ ਸੁਲੇਮਾਨ ਭਲੇਵਾਲੀਆਂ, ਸ਼ੇਖ ਭਲੀ ਸ਼ਾਹ, ਸ਼ਾਹ ਇਨਾਇਤ ਕਾਦਰੀ ਅਤੇ ਸ਼ਾਹ ਹੁਸੈਨ ਦਾ ਉਚੇਚਾ ਜ਼ਿਕਰ ਕੀਤਾ। ਭਗਤ ਸ਼ੰਭੂਨਾਥ, ਰਾਮਦਾਸ, ਛੱਜੂ ਅਤੇ ਪੀਲੂ ਵੀ ਦਰਸ਼ਨਾਂ ਨੂੰ ਆਏ। ਆਪ ਜੀ ਦਾ ਅਮਲੀ ਜੀਵਨ ਅਤੇ ਫਿਰ ਹਰ ਵੇਲੇ ਲੋਕ ਭਲਾਈ ਦੇ ਕੰਮਾਂ ਵਿੱਚ ਜੁਟਿਆ ਦੇਖ ਸਾਰੇ ਸਿਰ ਝੁਕਾਉਂਦੇ। ਫਿਰ ਜਦ ਦੇਖਦੇ ਇਹਨਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ ਤੇ ਨਾ ਹੀ ਪਰਵਾਹ ਹੈ ਤਾਂ ਹੋਰ ਪ੍ਰਸੰਨ ਹੁੰਦੇ। ਨਾਜ਼ਮ ਤਾਹਰ ਬੇਗ ਅਤੇ ਫੌਜਦਾਰ ਸ਼ਾਹ ਹੁਸੈਨ ਖਾਨ ਆਪੂ ਸ਼ੁਕਰੀਆ ਕਰਨ ਵੀ ਆਏ ਸਨ। ਉਹਨਾਂ ਨੂੰ ਮਹਾਰਾਜ ਨੇ ਜਿੱਥੇ ਹਰ ਇੱਕ ਨਾਲ ਨਿਆਂ ਕਰਨ ਦਾ ਉਪਦੇਸ਼ ਦਿੱਤਾ, ਉੱਥੇ ਹਰ ਗਰੀਬ ਦੀ ਸਹਾਇਤਾ ਕਰਨ ਦਾ ਹੁਕਮਰਾਨ ਦਾ ਫਰਜ਼ ਦਰਸਾਇਆ। ਇੱਕ ਵਾਰੀ ਵਜ਼ੀਰ ਖਾਂ ਆਪਣੇ ਧਿਆਨ ਲੰਘ ਰਹੇ ਸਨ ਅਤੇ ਉਹਨਾਂ ਦੇ ਕੰਨੀ ਭਾਈ ਭਾਨੂ ਦੇ ਘਰੋਂ ਸੁਖਮਨੀ ਸਾਹਿਬ ਦੀ ਉੱਚੀ ਆਵਾਜ਼ ਨਾਲ ਪੜ੍ਹੀ ਜਾਂਦੀ ਸੁਖਮਨੀ ਸਾਹਿਬ ਦੀਆਂ ਕੁਝ ਤੁਕਾਂ ਪਈਆਂ। ਵਜ਼ੀਰ ਖਾਨ ਨੂੰ ਐਸੀ ਠੰਡ ਪਈ ਕਿ ਉਹ ਪਰਤ ਕੇ ਸੁਣਨ ਆਇਆ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਸੁਖਮਨੀ ਸੁਣੇ ਬਗੈਰ ਪ੍ਰਸ਼ਾਦ ਮੂੰਹ ਵਿੱਚ ਨਹੀਂ ਸੀ ਪਾਉਂਦਾ ਅਤੇ ਆਪਣੇ ਆਪ ਨੂੰ ਖਾਦਮ ਗੁਰੂ ਦਾ ਕਹਿੰਦਾ ਸੀ। ਸੁਣੇ ਸੁਖਮਨੀ ਛਕੇ ਪ੍ਰਸ਼ਾਦ। ਆਪ ਉਹ ਭਾਵੇਂ ਪ੍ਰਸਿੱਧ ਹਕੀਮ ਸਨ
पर जलोधर दी बीमारी ने ऐसा ग्रसिया होया सी कि कई इलाज करन ते भी रास नहीं सी आउंदी। भाई भानू जी कोलों ही पुछ के ओह श्री अमृतसर आया अते अगे बाबा बुढ़ा जी नाल मेल होया जो कार सेवा कढ़वा रहे सन। जद वजीर खान ने अपना रोग दस्या तां बाबा जी ने उसनूं पेट भार लेटन लई कहा ते कार दी तगारी इस तरह उसते सुट्टी कि ओह नरोआ हो के गुरु जी पास आया। हुण गुरु जी दा लाहौर आउणा सुण के दर्शनां लई पुज्जा। महाराज ने जिथे उसदी हलीमी दी सिफत कीती उथे दरवेशी दा गुण होए पैखाक फकीर मुसाफिर एह दरवेश कबूलदरा दस्या। पाक ओह ही है जिस दा सच विच निवास है ते यकीन पक्का है। ओह कदे नहीं मरदा जो मारफत विच चला गया अते कबूल ओह है जो सिदक सबूरी विच जिंदगी गुजारदा है। बंदगी ओह ही प्रवान है जिस तो मेहर उपजदी है। सील संजम विच रहना ही सुन्नत दा बंधान है। संसार विच चलाईमान जानना ही खुदा दा दर खोलना है। अल्लाह दी याद विसरन ना देनी, सबर रखना, हलीमी धारण करनी, वंड खाना अते मन ते काबू। ਇਹ 5 नमाज़ां ਹਨ जिस दा दिल मोम वांगू है। मुसलमान ओही है। फिर अखीर ते कहा जा क्यों मेहर मेहर मेहरवाना सोई मर्द मर्द मर्दाना सोई शेख मसाइक हाजी सो बंदा जिस नज़र नरा। वजीर खान दा असल नाम अलीम उद दीन अंसारी सी। ओह चिनोट जिला झंग दा रहण वाला सी। चिनोट विच वजीर खान दे पक्के महल होण तो यह प्रतीत हुंदा है कि उसदे वडेरे कई पुश्तां तो ही उत्थे रह रहे सन। वजीर खान दे पिता दा नाम शेख अब्दुल लतीफ अते दादे दा नाम शेख हसामुद्दीन सी। अरबी फारसी दी तलीम पा के हकीमी सिੱਖੀ ਅਤੇ ਸਮੇਂ ਦੇ ਪ੍ਰਸਿੱਧ ਹਕੀਮ ਦਾਵੀ ਕੋਲੋਂ ਵਿਦਿਆ ਲਈ। ਵਜ਼ੀਰ ਖਾਨ ਦੀ ਪ੍ਰਸਿੱਧੀ ਉਸ ਵੇਲੇ ਹੋਈ ਜਦ ਉਸ ਨੂਰ ਜਹਾਨ ਨੂੰ ਇੱਕ ਬਜਰ ਰੋਗ ਤੋਂ ਬਚਾਇਆ ਸੀ। ਗੁਰੂ ਘਰ ਤੇ ਅਨੰਨ ਸ਼ਰਧਾ ਰੱਖੀ ਅਤੇ ਕਈ ਮੌਕਿਆਂ ਤੇ ਜਹਾਂਗੀਰ ਅਤੇ ਫਿਰ ਸ਼ਾਹਜਹਾਨ ਨੂੰ ਜਾ ਕੇ ਪਾਈਆਂ ਗਲਤ ਫਹਿਮੀਆਂ ਦੂਰ ਕਰਦੇ ਰਹੇ। ਗੁਰੂ ਕਾ ਹਰਕਾਰਾ ਕਰਕੇ ਸਿੱਖ ਇਤਿਹਾਸ ਵਜ਼ੀਰ ਖਾਨ ਨੂੰ ਯਾਦ ਕਰਦਾ ਹੈ। ਉਹ ਮਿੱਠੇ ਸੁਭਾਅ ਅਤੇ ਰੱਬ ਦੀ ਯਾਦ ਵਿੱਚ ਜੁੜਨ ਵਾਲੇ ਪਰਹੇਜ਼ਗਾਰ ਸਨ। ਸਾਰੀ ਉਮਰ ਉਹਨਾਂ ਸਾਦਗੀ ਅਤੇ ਬੇਤਕਲਫੀ ਵਿੱਚ ਗੁਜ਼ਾਰੀ। ਗਈ ਰਾਤ ਦੀ ਨਮਾਜ਼ ਕਦੇ ਨਾ ਖੁੰਝਾਉਂਦੇ। ਨਿੱਜ ਤੇ ਬਹੁਤ ਘੱਟ ਖਰਚ ਕਰਦੇ, ਜੋ ਵੀ ਕਮਾਉਂਦੇ ਲੋੜਵੰਦਾਂ ਵਿੱਚ ਵੰਡ ਦਿੰਦੇ। ਲਾਹੌਰ ਵਿੱਚ ਜੋ ਉਹਨਾਂ ਮਸੀਤ ਬਣਾਈ ਉਹ ਪਹਿਲੀ ਮਸੀਤ ਕਹੀ ਜਾ ਸਕਦੀ ਹੈ ਜੋ ਹਿੰਦ ਤੁਰਕ ਈਰਾਨੀ ਤਰਜ਼ ਦੀ ਹੈ। ਲੰਗਰ ਦੀ ਪ੍ਰਥਾ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਸਨ। ਲੰਗਰ ਨੇ ਹੀ ਲਾਹੌਰ ਨੂੰ ਕਾਲ ਪੀੜਤ ਲੋਕਾਂ ਤੋਂ ਬਚਾਇਆ ਸੀ। ਆਪਣੀ ਬਣਾਈ ਮਸੀਤ ਨਾਲ ਵੀ ਲੰਗਰ ਲਗਾਇਆ, ਲਾਇਬ੍ਰੇਰੀ ਕਾਇਮ ਕੀਤੀ ਅਤੇ ਸ਼ਫਾਖਾਨਾ ਵੀ ਬਣਵਾਇਆ। ਲਾਹੌਰ ਦੀ ਹਾਲਤ ਕਾਫੀ ਸੁਧਰ ਗਈ ਸੀ। ਆਪ ਜੀ ਉੱਥੋਂ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਤੇ ਪੁੱਜੇ। ਸਾਰਿਆਂ ਅਸਥਾਨਾਂ ਦੀ ਯਾਤਰਾ ਕੀਤੀ। ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਪ੍ਰਬੰਧ ਕੀਤੇ। 3 ਦਿਨ ਉੱਥੇ ਰਹਿ ਕੇ ਮਦਰ ਪਿੰਡ ਚਲੇ ਗਏ। ਮਦਰ ਪਿੰਡ ਦੀ ਸੰਗਤ ਭਾਈ ਗੁੰਦਾਰਾ ਜੀ ਦੀ ਅਗਵਾਈ ਹੇਠ ਪਿੰਡ ਲੈ ਗਈ। ਭਾਈ ਗੁੰਦਾਰਾ ਜੀ ਨੇ ਰੱਜ ਕੇ ਸੇਵਾ ਕੀਤੀ। ਸੁਭਾਅ ਵੀ ਉਹਨਾਂ ਦਾ ਸੰਤਾਂ ਵਾਲਾ ਸੀ। ਭਾਵੇਂ ਭਾਈ ਜੀ ਨੂੰ ਹਜੀਰਾ ਦੇ ਰੋਗ ਨੇ ਗ੍ਰਸਿਆ ਹੋਇਆ ਸੀ ਪਰ ਸਦਾ ਤਤਪਰ ਰਹਿੰਦੇ ਸਨ। ਪਿੰਡ ਵਾਸੀਆਂ ਨੇ ਕਿਹਾ ਸੀ ਗੁਰੂ ਜੀ ਉਹਨਾਂ ਤੇ ਤੁੱਠੇ ਹੋਏ ਹਨ ਸੋ ਇਹ ਰੋਗ ਵੀ ਕਟਵਾ ਲੈਣ। ਭਾਈ ਜੀ ਕਿਹਾ ਇਹ ਮਿੱਥਿਆ ਦੇ ਮਹਾਮੈਲੇ ਥੈਲੇ ਵਾਸਤੇ ਗੁਰੂ ਜੀ ਅੱਗੇ ਸਵਾਲ ਪਾਉਣਾ ਇੰਜ ਹੀ ਹੈ ਜਿਵੇਂ ਕੋਈ ਸ਼ਹਿਨਸ਼ਾਹ ਕੋਲ ਜਾ ਕੇ ਕੌਡਾ ਮੰਗੇ। ਮੈਨੂੰ ਤਾਂ ਚਰਨ ਧੂੜ ਬਖਸ਼ ਦੇਣ ਤਾਂ ਮੇਰੇ ਧੰਨ ਭਾਗ। ਉਸਨੇ ਮਹਾਰਾਜ ਜੀ ਦੇ ਚਰਨ ਦੇ ਜੋੜੇ ਦੀ ਧੂੜ ਜਦ ਮੱਥੇ ਲਗਾਈ ਤਾਂ ਰੋਗ ਵੀ ਦੂਰ ਹੋ ਗਿਆ ਅਤੇ ਆਤਮਿਕ ਚਾਨਣਾ ਵੀ ਮਿਲ ਗਿਆ। ਮਦਰ ਤੋਂ ਜੰਬਰ ਦੀ ਸੰਗਤ ਪਿੰਡ ਲੈ ਗਈ। ਜੰਬਰ ਵਾਲਿਆਂ ਵੀ ਰੀਝਾਂ ਲਾ ਕੇ ਸੇਵਾ ਕੀਤੀ। ਮਹਾਰਾਜ ਜੀ ਜਿੱਥੇ ਵੀ ਜਾਂਦੇ ਉੱਥੇ ਨਾਮ ਦੀ ਲਾਗ ਲਗਾਉਂਦੇ, ਸਿਮਰਨ ਪਰਪੱਕ ਕਰਾਉਂਦੇ ਅਤੇ ਰੋਗੀਆਂ ਦੇ ਰੋਗ ਦਵਾ ਦਾਰੂ ਵੰਡ ਦੂਰ ਕਰਦੇ। ਪਿੰਡ ਵਿੱਚ ਸ਼ਫਾਖਾਨਾ ਵੀ ਬਣਾ ਦਿੰਦੇ। ਇਸੇ ਪਿੰਡ ਦਾ ਇੱਕ ਸ਼ਾਹੂਕਾਰ ਸੰਤੂ ਚੋਪੜਾ ਕੁਸ਼ਤੀ ਹੋ ਗਿਆ ਸੀ। ਕਈ ਇਲਾਜ ਕਰਵਾ ਚੁੱਕਾ ਸੀ। ਮਹਾਰਾਜ ਦੀ ਸ਼ਰਨ ਆਇਆ। ਆਪ ਜੀ ਨੇ ਲਾਲ ਚੰਦਨ ਨਾਲ ਸ਼ਹਿਦ ਰਲਾ ਕੇ ਦਵਾ ਦਿੱਤੀ। ਨਾਲ ਸੰਗਤਾਂ ਦੇ ਜੋੜੇ ਝਾੜਨ ਤੇ ਸੇਵਾ ਕਰਨ ਲਈ ਹੁਕਮ ਕੀਤਾ। ਦਿਨਾਂ ਵਿੱਚ ਰੋਗ ਉਸ ਨੂੰ ਛੱਡ ਗਿਆ। ਇਸੇ ਜੰਬਰ ਦੇ ਭਾਈ ਸੁਭੇਗ ਸਿੰਘ ਜੀ ਅਤੇ ਸ਼ਹਿਬਾਜ਼ ਸਿੰਘ ਸਨ ਜੋ ਚਰਖੜੀਆਂ ਤੇ ਚੜ੍ਹ ਗਏ ਪਰ ਸਿੱਖੀ ਸਿਦਕ ਨੂੰ ਆਂਚ ਨਾ ਆਉਣ ਦਿੱਤੀ। ਚੂਣੀਆਂ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਸਾਰਾ ਪਿੰਡ ਹੀ ਪਾਣੀ ਖੁਣੋਂ ਦੁਖੀ ਹੈ। ਜੇ ਕਿਧਰੇ ਕੋਈ ਖੂਹ ਹੈ ਤਾਂ ਉਸ ਦਾ ਪਾਣੀ ਵੀ ਖਾਰਾ ਹੈ। ਆਪ ਕਿਰਪਾ ਕਰਕੇ ਪਿੰਡ ਚਰਨ ਪਾਓ ਅਤੇ ਦੁੱਖ ਹਰੋ। ਆਪ ਜੀ ਨੇ ਪਿੰਡ ਪੁੱਜ ਕੇ
दसी थां अपने सामने डूंगा खूह पटवाया। ठंडा मिठा जल निकलिया। इलाके विच कितने ही होर खूह पटवाए अते चिरां तो पई पानी दी थुड़ दूर कीती। भाई भूरीए अते भाई चूहड़ जी जो माल गुजार सन ने इस मुहिम विच उचेची सेवा कीती। इलाके नूं खुशहाल करके नाम दा छट्टा दे के कलानौर बटाला तो गोइंदवाल पुजे। मुगल शाह अकबर दा मेल गोइंदवाल ही होया लिखिया है। अकबर बटाला तो आगरा वापस जा रहा सी अते गोइंदवाल 24 नवंबर 1558 ਨੂੰ ਦਰਸ਼ਨਾਂ ਨੂੰ ਆਇਆ। ਗੁਰੂ ਜੀ ਦਾ ਗੋਇੰਦਵਾਲ ਹੋਣਾ ਸੁਣ ਕੇ ਗੁਰੂ ਜੀ ਦੇ ਦਰਬਾਰ ਹਾਜ਼ਰ ਹੋਇਆ। ਅਕਬਰ ਗੁਰੂ ਜੀ ਦੀ ਲਾਹੌਰ ਵਿਖੇ ਕੀਤੀ ਸੇਵਾ ਸੋਭਾ ਸੁਣ ਚੁੱਕਾ ਸੀ। ਉਸ ਆਪੂ ਆ ਕੇ ਸ਼ਰਧਾ ਦ੍ਰਿੜਾਈ ਕੀਰਤਨ ਸੁਣਿਆ, ਲੰਗਰ ਵਿੱਚ ਪ੍ਰਸ਼ਾਦ ਛਕਿਆ। ਪਹਿਲਾਂ ਵੀ ਇਸੇ ਥਾਂ ਲੰਗਰ ਛਕ ਚੁੱਕਾ ਸੀ। ਗੁਰੂ ਜੀ ਦੀ ਸ਼ਖਸੀਅਤ ਤੋਂ ਐਸਾ ਪ੍ਰਭਾਵਿਤ ਹੋਇਆ ਕਿ ਲੰਗਰ ਨਾਲ ਵੱਡੀ ਜਗੀਰ ਲਵਾਉਣ ਲਈ ਬੇਨਤੀ ਕੀਤੀ। ਮਹਾਰਾਜ ਨੇ ਕਿਹਾ, ਇਹ ਸੰਗਤਾਂ ਦੀ ਚੀਜ਼ ਹੈ, ਸੰਗਤਾਂ ਹੀ ਚਲਾਉਣਗੀਆਂ। ਗੁਰੂ ਘਰ ਫਕੀਰਾਂ ਦਾ ਹੈ, ਇੱਥੇ ਜਗੀਰਾਂ ਆ ਗਈਆਂ ਤਾਂ ਬਖੇੜੇ ਪੈਣਗੇ। ਹੈ ਗੁਰੂ ਕਾ ਘਰ ਫਕਰਨ ਕੇਰਾ, ਲਵੇ ਜਗੀਰ ਤਾਂ ਭਵੇ ਬਖੇਰਾ। ਇਹ ਵੀ ਫਰਮਾਇਆ ਕਿ ਬਾਦਸ਼ਾਹ ਦੇ ਸੁੱਖ ਆਨੰਦ ਦਾ ਨਿਰਭਰ ਆਪਣੀ ਪ੍ਰਜਾ ਦੀ ਪਾਲਣਾ ਅਤੇ ਨਿਆਂ ਕਰਨ ਤੇ ਹੁੰਦਾ ਹੈ। ਜਿਸ ਪਾਤਸ਼ਾਹ ਦੀ ਪ੍ਰਜਾ ਸੁਖੀ ਹੈ ਉਹ ਆਪ ਵੀ ਇਸ ਸੰਸਾਰ ਵਿੱਚ ਖੁਸ਼ ਹੁੰਦਾ ਹੈ ਤੇ ਅਗਾਂਹ ਲਈ ਜਸ ਮਾਣ ਅਤੇ ਵਡਿਆਈ ਪ੍ਰਾਪਤ ਕਰਦਾ ਹੈ। ਹਾਂ, ਜੇ ਉਸ ਦੀ ਖੁਸ਼ੀ ਲੈਣੀ ਹੈ ਤਾਂ ਕੁਝ ਕਾਲ ਕਾਰਨ ਅਤੇ ਕੁਝ ਹੁਣ ਤੁਹਾਡੇ ਚਲੇ ਜਾਣ ਉਪਰੰਤ ਕੀਮਤਾਂ ਘਟ ਜਾਣਗੀਆਂ ਅਤੇ ਵਧਾਇਆ ਹੋਇਆ ਮਾਲੀਆ ਲੋਕਾਂ ਕੋਲੋਂ ਦੇਣਾ ਮੁਸ਼ਕਿਲ ਹੋ ਜਾਏਗਾ, ਸੋ ਇਹ ਮੁਆਫ ਕਰ ਦਿੱਤਾ ਜਾਏ। ਬਾਦਸ਼ਾਹ ਨੇ ਉਸੇ ਵੇਲੇ ਹੁਕਮ ਕੀਤਾ ਕਿ 6ਵਾਂ ਹਿੱਸਾ ਮਾਲੀਆ ਮੁਆਫ ਕਰ ਦਿੱਤਾ ਜਾਏ। ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ ਗੁਰੂ ਜੀ ਅੱਗੇ ਵੀ ਉਸ 500 ਮੋਹਰਾਂ ਭੇਟ ਕੀਤੀਆਂ। ਉਪਦੇਸ਼ ਸੁਣ ਪੱਲੇ ਬੰਨਿਆ, ਅੰਨ ਦੇ ਭੰਡਾਰ ਖੁਲਵਾਏ ਅਤੇ ਮਾਲੀਆ ਮੁਆਫ ਕਰਾਇਆ। शर्फी तरी 500 पेटा, सुन उपदेश शोक सब मेटा, प्रजा को गुर अन्न दिलायो और मामला माफ करायो। अबू उल फजल ने अकबरनामा विच भी ਇਹ ਹੀ ਲਿਖਿਆ ਹੈ ਕਿ ਬਿਆਸ ਨੂੰ ਪਾਰ ਕਰਨ ਵੇਲੇ ਗੋਇੰਦਵਾਲ ਵਿਖੇ ਅਕਬਰ ਗੁਰੂ ਅਰਜਨ ਜੀ ਦੇ ਦਰਸ਼ਨਾਂ ਨੂੰ ਗਿਆ। ਗੁਰੂ ਅਰਜਨ ਜੀ ਦੀ ਆਯੂ ਉਸ ਸਮੇਂ 32 ਕੁ ਸਾਲ ਦੀ ਸੀ। ਉਹਨਾਂ ਦਿਲ ਖਿੱਚਵੀਂ ਸ਼ਖਸੀਅਤ, ਮਿੱਠੇ ਅਤੇ ਸੁਰੀਲੇ ਵਾਕਾਂ, ਪਿਆਰ ਨਾਲ ਭਰੇ ਸੁਭਾਅ, ਉਹਨਾਂ ਦੀ ਰਹਿਣੀ ਬਹਿਣੀ, ਨਿਮਰਤਾ ਅਤੇ ਕੀਰਤਨ ਕਰਨ ਦਾ ਬਹੁਤ ਹੀ ਪ੍ਰਭਾਵ ਪਿਆ। ਸੁਜਾਨ ਰਾਏ ਭੰਡਾਰੀ ਨੇ ਖਾਲਸਾ ਤੂ ਤਵਾਰੀਖ ਵਿੱਚ ਜਰਾ ਵਿਸਥਾਰ ਨਾਲ ਇਸ ਮਿਲਣੀ ਬਾਰੇ ਲਿਖਿਆ ਹੈ। ਉਸ ਦਾ ਕਹਿਣਾ ਹੈ, ਬਟਾਲਾ ਤੋਂ ਅਕਬਰ ਦਰਿਆ ਬਿਆਸ ਪਾਰ ਕਰਨ ਲਈ ਗੋਇੰਦਵਾਲ ਗੁਰੂ ਅਰਜਨ ਜੀ ਦੇ ਅਸਥਾਨ ਪੁੱਜਾ, ਜੋ ਬਾਬਾ ਨਾਨਕ ਦੇ ਜਾਨਸ਼ੀਨ ਸਨ। ਗੁਰੂ ਜੀ ਰੂਹਾਨੀਅਤ ਦੇ ਭੰਡਾਰ ਕਰਕੇ ਜਾਣੇ ਜਾਂਦੇ ਸਨ। ਅਕਬਰ ਉਹਨਾਂ ਦਾ ਦੀਦਾਰ ਕਰ ਅਤੇ ਗੁਰਬਾਣੀ ਦਾ ਕੀਰਤਨ ਸੁਣ ਪ੍ਰਸੰਨ ਚਿੱਤ ਹੋਇਆ। ਅਕਬਰ ਦੇ ਹਾਜ਼ਰੀ ਭਰਨ ਤੇ ਉਸ ਨੂੰ ਸਰੋਪਾ ਵੀ ਦਿੱਤਾ। ਗੁਰੂ ਜੀ ਨੇ ਅਕਬਰ ਨੂੰ ਇਹ ਵੀ ਕਿਹਾ ਕਿ ਸ਼ਾਹੀ ਫੌਜਾਂ ਦੇ ਪੰਜਾਬ ਵਿੱਚ ਰਹਿਣ ਨਾਲ ਅਨਾਜ ਦਾ ਭਾਅ ਬਹੁਤ ਵੱਧ ਗਿਆ ਸੀ ਅਤੇ ਪਰਗਣੇ ਦਾ ਮਾਲੀਆ ਵੀ ਵਧਾ ਦਿੱਤਾ ਗਿਆ ਸੀ। ਹੁਣ ਸ਼ਾਹੀ ਲਸ਼ਕਰ ਦੇ ਕੂਚ ਨਾਲ ਅਨਾਜ ਦਾ ਭਾਅ ਗਿਰ ਜਾਏਗਾ। ਪ੍ਰਜਾ ਲਈ ਵਧਾਇਆ ਹੋਇਆ ਮਾਲ ਦੇਣਾ ਕਠਿਨ ਹੋ ਜਾਏਗਾ। ਬਾਦਸ਼ਾਹ ਨੇ ਉਸੇ ਵੇਲੇ ਪ੍ਰਵਾਨ ਕੀਤਾ ਅਤੇ ਵੱਡੇ ਦੀਵਾਨ ਹਾਕਮ ਨੂੰ ਹੁਕਮ ਦਿੱਤਾ ਕਿ ਮਾਮਲੇ ਦੇ 6ਵੇਂ ਹਿੱਸੇ ਦੀ ਛੋਟ ਕਰ ਦਿੱਤੀ ਜਾਏ। ਉਹਨਾਂ ਨੇ ਇਹ ਹਦਾਇਤ ਵੀ ਦਿੱਤੀ ਕਿ ਇਸ ਦਿੱਤੀ ਛੋਟ ਅਨੁਸਾਰ ਹੀ ਮਾਲੀਆ ਲਗਾਇਆ ਜਾਏ ਅਤੇ ਰਤਾ ਵੀ ਇਸ ਤੋਂ ਵਧੇਕ ਨਾ ਵਧਾਇਆ ਜਾਏ। ਕੁਝ ਦਿਨ ਹੋਰ ਸ਼੍ਰੀ ਗੋਇੰਦਵਾਲ ਟਿਕ ਅਤੇ ਫਿਰ ਤਰਨ ਤਾਰਨ ਹੋ 1599 ਦੇ ਆਰੰਭ ਵਿੱਚ ਗੁਰੂ ਅਰਜਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਆ ਗਏ। ਅੱਜ ਅਸੀਂ ਪ੍ਰਤੱਖ ਹਰ ਜੀਵਨੀ ਗੁਰੂ ਅਰਜਨ ਦੇਵ ਜੀ ਕਿਤਾਬ ਦੇ 133 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।